ਅਸੀਂ ਕਹਿੰਦੇ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੇ ਦੇਸ਼ ਵੰਡਤਾ। ਹੁਣ ਅੰਗਰੇਜ਼ ਵੀ 47 ਚ ਚਲੇ ਗਏ ਤੇ ਮੁਸਲਿਮ ਲੀਗ ਵੀ ਚਲੀ ਗਈ ਜੀ। ਫਿਰ ਇੰਨੇ ਕਿਵੇਂ ਨੂੰ ਰਾਈਟਸ ਕਿਉਂ ਹੋ ਰਹੇ ਜੀ? ਭਾਵੇਂ ਅਸੀਂ ਲੱਖ ਕਹੀ ਜਾਈਏ ਕਿ ਅਸੀਂ ਸੈਕੂਲਰ ਕੰਟਰੀਆਂ, ਧਰਮ ਨਾਲ ਪੱਕ ਕੰਟਰੀਆਂ, ਸਾਡਾ ਸੰਵਿਧਾਨ ਇਸ ਲੈਵਲ ਦਾ, ਪਰ ਉਹਦੇ ਚ ਇਨਬਿਲਟ ਚੀਜ਼ਾਂ ਪਈਆਂ ਸੀ ਜਿਹਨੇ ਬਾਰ-ਬਾਰ ਲੋਕਾਂ ਨੂੰ ਦੁਬਾਰਾ ਲੜਾਇਆ। 14 ਅਗਸਤ ਨੂੰ ਇੱਕ ਪਾਸੇ ਪਾਕਿਸਤਾਨ ਦਾ ਆਜ਼ਾਦੀ ਦਿਵਸ ਵੀ ਹੁੰਦਾ, ਹਾਲਾਂਕਿ ਉਹਦੇ ਤੇ ਵੀ ਰੌਲਾ ਹੈਗਾ ਵੀ ਉਹਨਾਂ ਨੇ 14 ਅਗਸਤ ਕਿਵੇਂ ਕਰ ਲਿਆ। ਤਾਂ ਜੇ ਤੁਸੀਂ ਹੌਰਰ ਰਿਮੈਂਬਰੈਂਸ ਕਰਦੇ ਹੋ ਤਾਂ ਜੇ ਹੌਰਰ ਰਿਮੈਂਬਰੈਂਸ ਹੈ ਫਿਰ 15 ਅਗਸਤ ਕਿਉਂ ਨਹੀਂ ਹੋ ਸਕਦਾ? ਫਿਰ ਰਾਮ ਮੰਦਿਰ ਦਾ ਮਾਮਲਾ ਦੇਖ ਲਓ, ਫਿਰ ਤੁਸੀਂ ਕਾਮਨ ਸਿਵਲ ਕੋਡ ਦਾ, ਯੂਨੀਫਾਰਮ ਸਿਵਲ ਕੋਡ ਦਾ ਦੇਖ ਲਓ, ਤੇ ਉਹਦੇ ਚ ਹੀ ਫਿਰ ਅਖੰਡ ਭਾਰਤ ਦਾ ਇਹ ਨਜ਼ਰੀਆ ਆਏਗਾ। ਉਹ ਪਾਕਿਸਤਾਨ ਵਾਲੇ ਦਿਨ ਕਰਨਾ ਕਿ ਉਦੋਂ ਨੇ ਗਲਤੀ ਕੀਤੀ ਸੀ, ਗਲਤੀ ਕਿਹਦੇ ਨਾਲ ਆਉਣੀ, ਕਿਹਦੇ ਨਾਲ ਜਿਵੇਂ ਵੀ ਲੱਗਦੀ ਹੈ ਉਹ ਸਾਰਾ ਕੁਝ ਸਾਡੇ ਸਾਹਮਣੇ ਆਉਂਦਾ। ਇਟ ਮੀਨਸ ਜੇ ਉਹ ਅਖੰਡ ਭਾਰਤ ਦਾ ਹੀ ਉਹਦੇ ਪਿੱਛੇ ਲੌਜਿਕ ਹੈ ਤਾਂ ਇਹ ਬਹੁਤ ਖਤਰਨਾਕ ਲੌਜਿਕ। ਜੇ ਉਹ ਪੋਜ਼ਿਟਿਵ ਆਈਡੀਆ, ਜੇ ਪ੍ਰਧਾਨ ਮੰਤਰੀ ਉਵੇਂ ਸੋਚਦੇ ਨੇ ਤਾਂ ਸਭ ਤੋਂ ਪਹਿਲਾਂ ਪਾਰਲੀਮੈਂਟ 'ਚ ਮਤਾ ਪਾਉਣਾ ਚਾਹੀਦਾ ਕਿ ਇਹ ਗਲਤੀਆਂ ਹੋਈਆਂ, ਅਨਸੰਗ ਬੰਦੇ ਜਿਹੜੇ ਮਾਰੇ ਗਏ, ਜਿਹੜਿਆਂ ਦਾ ਪਤਾ ਹੀ ਨਹੀਂ ਕੌਣ ਨੇ, ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰੋ। ਮੰਨੀ ਲੀਡਰਸ਼ਿਪ ਉਹ ਸਾਡੀ ਅਸਫਲਤਾ ਹੈ, ਸਾਨੂੰ ਨਹੀਂ ਸੀ ਕਰਨਾ ਚਾਹੀਦਾ। ਕੈਬਨਿਟ ਮਿਸ਼ਨ ਯੋਜਨਾ ਜਿਹੜੀ ਡੀਸੈਂਟਰਲਾਈਜ਼ਡ ਤੇ ਪੈਡਲ ਸਟਰਕਚਰ ਦੇ ਤਹਿਤ ਆਈ ਸੀ, ਉਹਨੂੰ ਕਿਉਂ ਨਹੀਂ ਮੰਨਿਆ ਗਿਆ? ਫਿਰ ਡਿਬੇਟ ਨਵੀਂ ਖੁੱਲੂ। ਤੁਹਾਡੇ ਕੋਲ ਡਰੱਗ ਦਾ ਮਾਮਲਾ ਕਿ ਪਹਿਲੀ ਗੱਲ, ਪੰਜਾਬ ਸਰਕਾਰ ਕੋਲ ਡਰੱਗ ਨਾਲ ਨੇੜਾ ਕਰਨ ਦੇ ਲਈ ਕੋਈ ਪਾਲਿਸੀ ਨਹੀਂ ਹੈ। ਤਾਂ ਇਹਦੇ ਵਿੱਚ ਹੁਣ ਕਸਰ ਕਿੱਥੇ ਹੈ? ਕਸਰ ਸਰਕਾਰ ਦੀ ਇੱਛਾ ਸ਼ਕਤੀ ਤੇ ਹੈ, ਜਾਂ ਪੁਲਿਸ ਹੀ ਇੰਨੀ ਜ਼ਿਆਦਾ ਪਾਵਰਫੁਲ ਹੈ, ਜਾਂ ਨਸ਼ਾ ਤਸਕਰ ਇੰਨੇ ਜ਼ਿਆਦਾ ਪਾਵਰਫੁਲ ਨੇ ਕਿ ਸਰਕਾਰ ਦੀ ਚੱਲਣ ਨਹੀਂ ਦਿੰਦੇ? ਨਹੀਂ, ਮੈਨੂੰ ਲੱਗਦਾ ਸਰਕਾਰ ਤਾਂ ਕੇਵਲ ਪ੍ਰਚਾਰ ਮੁਹਿੰਮ ਵਾਲੀ ਸਰਕਾਰ ਹੈ, ਐਕਸ਼ਨ ਕਿਤੇ ਦਿਖਾਈ ਨਹੀਂ ਦਿੰਦਾ। ਹੁਣ ਵੀ ਨਾਨਕ ਸਿੰਘ ਜਦੋਂ ਆ ਗਏ ਉੱਥੇ ਧਰਨੇ ਚ ਆ ਕੇ ਕਿ ਅਸੀਂ ਪਰਮਿੰਦਰ ਝੋਟੇ ਦੇ ਮਾਮਲੇ ਦੇ ਵਿੱਚ ਨਾ ਪੋਜ਼ਿਟਿਵਲੀ ਸੋਚਾਂਗੇ ਤੇ ਕੋਈ ਕਾਰਵਾਈ ਕਰਾਂਗੇ, ਉਹ ਤਾਂ ਤੁਸੀਂ ਇਹੀ ਕਹਿ ਰਹੇ ਹੋ, ਇਕੱਠ ਨੂੰ ਯਕੀਨ ਦਿਵਾ ਰਹੇ ਹੋ ਵੀ ਉਹਨੂੰ ਅਸੀਂ ਕੇਸ ਕੂਸ ਵਿਡਰਾ ਕਰਕੇ ਜਾਂ ਜੋ ਵੀ ਛੱਡ ਵੀ ਸਕਦੇ ਹਾਂ ਨਾ, ਛੱਡ ਸਕਦੇ। ਮਾਮਲਾ ਕੱਲੇ ਪਰਮਿੰਦਰ ਝੋਟੇ ਦਾ ਨਹੀਂ, 35 ਪਰਮਿੰਦਰ ਝੋਟੇ ਹੋਰ ਪੈਦਾ ਹੋ ਜਾਣਗੇ ਫਿਰ, ਜੇਕਰ ਉਹ ਬੇਸਿਕ ਚੀਜ਼ ਨਹੀਂ ਐਡਰੈਸ ਕਰਦੇ। ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ, ਮੈਂ ਗੁਰਸ਼ਮਸ਼ੀਰ ਸਿੰਘ। ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕੱਲ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਪਾਰਟੀਸ਼ਨ ਹੌਰਰ ਰਿਮੈਂਬਰੈਂਸ ਡੇ ਹੈ, ਉਸ ਦੀਆਂ ਉਹਨਾਂ ਨੇ ਕਿਹਾ ਕਿ ਜੋ ਵੰਡ ਦੇ ਵਿੱਚ ਜੋ ਵੀ ਸਾਰਾ ਕੁਝ ਮਾੜਾ ਵਾਪਰਿਆ ਉਸ ਨੂੰ ਅਸੀਂ ਯਾਦ ਕਰ ਰਹੇ ਹਾਂ, ਜਿਹੜੇ ਲੋਕ ਸ਼ਹੀਦ ਹੋਏ ਨੇ ਇਸ ਦੇ ਵਿੱਚ ਉਹਨਾਂ ਨੂੰ ਯਾਦ ਕਰ ਰਹੇ ਹਾਂ। ਇਸ ਦੇ ਨਾਲ ਹੀ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਆਏ ਤੇ ਸਾਡਾ ਗਵਾਂਢੀ ਸੂਬਾ ਹਰਿਆਣਾ, ਉਸ ਦੇ ਜਿਹੜੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ, ਉਹਨਾਂ ਨੇ ਕੁਰੂਕਸ਼ੇਤਰ ਦੇ ਵਿੱਚ ਇਸ ਦੇ ਰਿਗਾਰਡਿੰਗ ਪ੍ਰੋਗਰਾਮ ਵੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਦਾ ਇੱਕ ਸਮਾਰਕ ਬਣਾਇਆ ਜਾਏਗਾ। ਪਾਰਟੀਸ਼ਨ ਵੰਡ ਦਾ ਹਵਾਲਾ ਬਹੁਤ ਪੰਜਾਬ ਦੇ ਤਸੱਵੁਰ ਨਾਲ ਬਹੁਤ ਵੱਡਾ ਹਵਾਲਾ ਹੈ। ਤਾਂ ਇਸ ਰਿਮੈਂਬਰੈਂਸ ਨੂੰ ਹੁਣ ਕਰਨ ਦੀ ਕੀ ਪੋਲਿਟਿਕਸ ਹੈ ਜਾਂ ਕੀ ਸਰਕਾਰ ਦੀ ਕੋਈ ਸੁਹਿਰਦ ਕੋਸ਼ਿਸ਼ ਹੈ, ਇਸ ਤੇ ਅਸੀਂ ਗੱਲ ਕਰਾਂਗੇ। ਇਸ ਦੇ ਨਾਲ ਹੀ ਮਾਨਸਾ ਜਿਹੜਾ ਜ਼ਿਲ੍ਹਾ ਹੈਗਾ ਆ, ਉਹ ਪਿਛਲੇ ਕਾਫੀ 1 ਮਹੀਨੇ ਤੋਂ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਮੈਡੀਕਲ ਨਸ਼ਾ ਜਿਹੜਾ ਉੱਥੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਪਰਮਿੰਦਰ ਸਿੰਘ ਝੋਟਾ ਨਾਂ ਦਾ ਜਿਹੜਾ ਇੱਕ ਨੌਜਵਾਨ ਆ, ਉਸ ਦੀ ਗ੍ਰਿਫਤਾਰੀ ਹੋਈ ਹੈ। ਕੱਲ ਉੱਥੇ ਇੱਕ ਧਰਨਾ ਹੋਇਆ ਸੀ, ਉੱਥੇ ਪੁਲਿਸ ਨੇ ਇੱਕ ਹਾਜ਼ਰੀ ਲਵਾਈ ਆ, ਉਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਸੀਨੀਅਰ ਜਰਨਲਿਸਟ ਹਮੀਰ ਸਿੰਘ ਉਹਨਾਂ ਨਾਲ ਸਾਡੇ ਨਾਲ ਜੁੜੇ ਹੋਏ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਸਰ। ਇੱਥੋਂ ਹੀ ਆਪਾਂ ਸ਼ੁਰੂ ਕਰੀਏ। ਜਿਹੜਾ ਪਾਰਟ ਹੌਰਰ ਰਿਮੈਂਬਰੈਂਸ ਡੇ ਭਾਰਤ ਸਰਕਾਰ ਦੇ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਗਿਆ ਸੀ, ਇਸ ਸਾਲ ਫਿਰ ਉਹਨੂੰ ਕੀਤਾ ਗਿਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਸਰਕਾਰ ਦੀ ਇਸ ਪਹਿਲਕਦਮੀ? ਦੇਖੋ, ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜੀ ਆਜ਼ਾਦੀ ਦੀ ਲੜਾਈ ਜਿਹਨੂੰ ਕਿਹਾ ਜਾਂਦਾ ਬਹੁਤ ਲੰਮੇ ਸਮੇਂ ਤੋਂ ਲੜੀ ਸੀ ਜੀ, ਪਰ ਉਹ ਆਜ਼ਾਦੀ ਦਾ ਜਿਹੜਾ ਇੱਕ ਮਜ਼ਾ ਸੀ, ਜਿਹੜੇ ਚੀਜ਼ ਸੀ ਵੀ ਹੁਣ ਅਸੀਂ ਆਜ਼ਾਦ ਹੋ ਗਏ, ਘੱਟੋ ਘੱਟ ਉਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਦੁਖਾਂਤ ਚ ਬਦਲ ਗਿਆ। ਖਾਸ ਤੌਰ ਤੇ ਪੰਜਾਬ ਦੇ ਖਿੱਤੇ ਤੇ ਬੰਗਾਲ ਦੇ ਖਿੱਤੇ ਨਾਲ ਸੰਬੰਧਿਤ ਜੀ। ਐਕਚੁਅਲੀ ਜਿਹੜੀ ਵੰਡ ਹੋਈ ਆ, ਉਹ ਵੰਡ ਬੇਸਿਕਲੀ ਪੰਜਾਬ ਤੇ ਬੰਗਾਲ ਦੀ ਹੋਈ ਸੀ ਜੀ, ਤੇ ਉਹ ਧਾਰਮਿਕ ਜਨੂਨ, ਇੱਕ ਉਨਮਾਦ ਪੈਦਾ ਹੋਇਆ ਤੇ ਉਸ ਉਨਮਾਦ ਦੇ ਵਿੱਚ ਕੇਵਲ ਵੰਡ ਹੀ ਨਹੀਂ ਰਹੀ, ਉਹਦੇ ਚ ਬੇਹੱਦ ਲੋਕਾਂ ਨੂੰ ਤਕਲੀਫ ਹੋਈ। 10 ਲੱਖ ਲੋਕ ਮਰੇ ਲਗਭਗ ਜੀ, 40 ਲੱਖ ਜ਼ਖਮੀ ਹੋਏ ਤੇ 2.5 ਕਰੋੜ ਲੋਕਾਂ ਨੂੰ ਹਿਜਰਤ ਕਰਨੀ ਪਈ, ਇੱਧਰੋਂ ਉੱਧਰ ਜਾਣਾ ਪਿਆ। ਔਰ ਉਹ ਜਿਹੜਾ ਬਾਕੀ ਦਾ ਸੰਤਾਪ ਭੋਗਿਆ ਲੋਕਾਂ ਨੇ, ਇੱਜ਼ਤਾਂ ਦਾ, ਹੋਰ ਪ੍ਰਾਪਰਟੀਆਂ ਛੱਡਣ ਦਾ, ਮਨੋਵਿਗਿਆਨ ਚ, ਉਹ ਸਾਰਾ ਲਿਟਰੇਚਰ ਵੀ ਦੱਸਦਾ ਲਗਾਤਾਰ ਜਦੋਂ ਤੋਂ ਲੈ ਕੇ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਔਰ ਅੱਜ ਤੱਕ ਵੀ ਲੋਕ ਮਿਲਣ ਲਈ ਤਰਸਦੇ ਨੇ, ਕੋਈ ਕਿਤੇ ਮਿਲ ਜਾਂਦਾ, ਕੋਈ ਕਰਤਾਰਪੁਰ ਸਾਹਿਬ ਮਿਲਦਾ, ਕੋਈ ਕਿਤੇ ਮਿਲਦਾ। ਇਟ ਮੀਨ ਜੋ ਕਿੱਡਾ ਗਹਿਰਾ ਜ਼ਖਮ ਸੀ ਮਨੁੱਖੀ ਰੂਹਾਂ ਦੇ ਉੱਤੇ ਉਸ ਸਮੇਂ, ਔਰ ਉਹਦੇ ਚੋਂ ਫਿਰ ਉਹ ਆਜ਼ਾਦੀ ਕਹਿਣ ਉਹਨੂੰ, ਜਾਂ ਘੱਲੂਕਾਰਾ ਕਹਿਣ, ਜਾਂ ਹੱਲਿਆਂ ਵਾਲਾ ਰੌਲੇ ਗੌਲੇ ਵਾਲਾ ਸਾਲ ਕਹਿਣ, ਪੰਜਾਬ ਦੀ ਇਸ ਧਰਤੀ ਇਸੇ ਕਰਕੇ ਉਹਨੂੰ ਉਸ ਹੱਦ ਤੱਕ ਪਹੁੰਚਾਉਂਦੀ ਹੈ। ਪਰ ਸਾਡੇ ਹੁਕਮਰਾਨ ਨਾਰਮਲੀ ਇਹ ਕਰਦੇ ਰਹੇ ਨੇ
ਕਿ ਉਹ ਆਜ਼ਾਦੀ ਦੇ ਜਸ਼ਨ 'ਚ ਸਾਰੇ ਕੁਝ ਨੂੰ ਕਹਿੰਦੇ ਨੇ ਭੁਲਾ ਦਿਓ, ਇੱਥੇ ਪਰਦਾ ਪਾਓ ਤੇ ਇਹਨੂੰ ਯਾਦ ਨਾ ਕਰੋ, ਇਹਨੂੰ ਦੇਖੋ ਨਾ ਕਿਸੇ ਰੂਪ ਦੇ ਵਿੱਚ। ਅਸਲ 'ਚ ਰੌਲਾ ਇਹ ਹੈ ਕਿ ਅੱਜ ਜੋ ਭਾਰਤ ਦੇ ਵਿੱਚ ਹੋ ਰਿਹਾ, ਜਿਵੇਂ ਕਹਿੰਦੇ ਨੇ ਜੋ ਬੀਜੋਗੇ ਉਹ ਵੱਢੋਗੇ ਜੀ। ਔਰ ਜੇ ਇਹਨੂੰ ਸੀਰੀਅਸਲੀ ਸੋਚਿਆ ਜਾਏ, ਸਿਧਾਂਤਕ ਆਧਾਰ ਤੇ ਸੋਚਿਆ ਜਾਏ, ਇਹਨੂੰ ਯਾਦ ਰੱਖਣਾ ਜ਼ਰੂਰੀ ਕਿਉਂ ਹੈ? ਉਹ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਦੋ ਧਰਮਾਂ ਨੂੰ ਦੋ ਕੌਮਾਂ ਬਣਾ ਕੇ ਦੋ ਕੌਮੀ ਸਿਧਾਂਤ ਤੇ ਵੰਡ ਹੋ ਗਈ ਦੇਸ਼ ਦੀ ਇੱਕ ਲੈਵਲ ਦੇ ਉੱਤੇ, ਉਹਨੇ ਅਗਲਾ ਇੱਕ ਆਧਾਰ ਤਿਆਰ ਕਰਤਾ ਦੇਸ਼ ਦੇ ਵਿੱਚ। ਭਾਵੇਂ ਅਸੀਂ ਲੱਖ ਕਹੀ ਜਾਈਏ ਕਿ ਅਸੀਂ ਸੈਕੂਲਰ ਕੰਟਰੀਆਂ, ਧਰਮ ਨਿਰਪੱਖ ਕੰਟਰੀਆਂ, ਸਾਡਾ ਸੰਵਿਧਾਨ ਹੈ ਇਸ ਲੈਵਲ ਦਾ, ਪਰ ਉਹਦੇ ਚ ਇਨਬਿਲਟ ਚੀਜ਼ਾਂ ਪਈਆਂ ਸੀ ਜਿਹਨੇ ਬਾਰ-ਬਾਰ ਲੋਕਾਂ ਨੂੰ ਦੁਬਾਰਾ ਲੜਾਇਆ ਜੀ। ਔਰ 84 ਦੇ ਵਿੱਚ ਸਿੱਖਾਂ ਨੇ ਭੁਗਤਿਆ ਦਰਬਾਰ ਸਾਹਿਬ ਤੇ ਹਮਲਾ, ਤੇ ਦਿੱਲੀ ਦੇ ਵਿੱਚ ਫਿਰ ਜੋ ਬਾਕੀ ਕਾਰਵਾਈ ਦੇ ਵਿੱਚ ਹੋਇਆ ਹੈ। ਉਸ ਤੋਂ ਬਾਅਦ ਮਤਲਬ ਲੋਕ ਲਗਾਤਾਰ ਦੂਜੇ ਪਾਸੇ ਤਾਂ ਚਾਹੇ ਗੁਜਰਾਤ ਦੇ ਵਿੱਚ ਸੀ 2002 ਉਹ ਬਾਬਰੀ ਮਸਜਿਦ ਵਾਲਾ ਮਾਮਲਾ ਸੀ, ਜਾਂ ਅੱਜ ਕੱਲ ਮਨੀਪੁਰ ਔਰ ਨੂ ਦਾ ਜਿਹੜਾ ਖੇਤਰ ਹੈ ਪ੍ਰੈਕਟੀਕਲੀ ਸਾਨੂੰ ਦਿਖਾਈ ਦੇ ਰਿਹਾ ਕਿ ਦਰਾੜ ਇਸ ਲੈਵਲ ਦੀ ਪਈ ਔਰ ਰਿਕਾਰਡਡ ਹੈ ਲਗਭਗ ਕਿ ਬਹੁਤ ਵੱਡੀ ਪੱਧਰ ਤੇ 33,000 ਕਮਿਊਨਲ ਰਾਈਟਸ ਜਿਹੜਾ 47 ਤੋਂ ਬਾਅਦ ਫਿਰਕੂ ਦੰਗੇ ਜਿਹੜੇ ਉਸ ਪੱਧਰ ਦੇ ਉੱਤੇ ਛੋਟੇ ਮੋਟੇ ਕਦੇ ਨਾ ਕਦੇ ਲਗਾਤਾਰ ਹੋ ਰਹੇ ਨੇ। ਔਰ ਹੁਣ ਸਵਾਲ ਸਾਡੇ ਸਾਹਮਣੇ ਪੈਦਾ ਕੀ ਹੁੰਦਾ? ਪੈਦਾ ਇਹ ਹੁੰਦਾ ਇਹਨੂੰ ਯਾਦ ਕਰਨਾ ਕਿਉਂ ਜ਼ਰੂਰੀ ਹੈ? ਅਸੀਂ ਕਹਿੰਦੇ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੇ ਦੇਸ਼ ਵੰਡਤਾ ਜੀ, ਇੱਕ ਥਿਉਰੀ ਹੈ ਜਿਹੜੀ ਸਾਨੂੰ ਪੜਾਈ ਜਾਂਦੀ ਹੈ। ਮੁਸਲਿਮ ਲੀਗ ਫਿਰਕਾ ਪ੍ਰਸਤ ਸੀ, ਉਹਨੇ ਮਿਲ ਕੇ ਅੰਗਰੇਜ਼ਾਂ ਨਾਲ ਦੇਸ਼ ਵੰਡਤਾ ਜੀ। ਹੁਣ ਅੰਗਰੇਜ਼ ਵੀ 47 ਚ ਚਲੇ ਗਏ ਤੇ ਮੁਸਲਿਮ ਲੀਗ ਵੀ ਚਲੇ ਗਈ ਜੀ, ਫਿਰ ਇਹਨੇ ਕਮਿਊਨਲ ਰਾਈਟਸ ਕਿਉਂ ਹੋ ਰਹੇ ਜੀ? ਇਟ ਮੀਨ ਜੜ ਕਿਤੇ ਹੋਰ ਵੀ ਹੈ, ਜੜ ਕਿਤੇ ਥਾਟ ਪ੍ਰੋਸੈਸ ਚ ਕਿਤੇ ਹੋਰ ਹੈ ਜਿਹਨੂੰ ਅਸੀਂ ਦੇਖ ਨਹੀਂ ਰਹੇ। ਔਰ ਫਿਰ ਸਾਡੇ ਇਹ ਵੀ ਨਹੀਂ ਹੋਇਆ, ਚਲੋ ਕਈ ਵਾਰ ਕੋਈ ਗੁਨਾਹ ਹੋ ਜਾਂਦੇ ਨੇ, ਗਲਤੀਆਂ ਹੋ ਜਾਂਦੀਆਂ ਨੇ, ਗਲਤੀ ਨਹੀਂ ਗੁਨਾਹ ਵਾਲਾ ਵੱਡਾ ਕੰਮ ਹੈ ਜਿਹਨੂੰ ਸੋਚਿਆ ਨਹੀਂ ਗਿਆ, ਤਾਂ ਲੋਕ ਉਹਨੂੰ ਦਰੁਸਤ ਕਰਨ ਦੀ ਟਰਾਈ ਕਰਦੇ ਨੇ। ਚਾਹੀਦਾ ਇਹ ਸੀ ਵੀ ਜਦੋਂ 10 ਲੱਖ ਬੰਦਾ ਮਰ ਗਿਆ ਸੀ ਇੰਨੇ, ਤਾਂ ਪਾਕਿਸਤਾਨ ਔਰ ਭਾਰਤ ਦੀਆਂ ਪਾਰਲੀਮੈਂਟਾਂ ਇੱਕ ਮਤਾ ਪਾਉਂਦੀਆਂ ਉਹਨਾਂ ਨਿਰਦੋਸ਼ ਲੋਕਾਂ ਦੀ ਯਾਦ ਦੇ ਵਿੱਚ ਕਿ ਬਹੁਤ ਵੱਡੀ ਅਣਗਹਿਲੀ ਪੋਲੀਟੀਕਲ ਬਲੰਡਰ ਕਰਕੇ ਹੋਈ ਹੈ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਉਹ ਸਾਡੇ ਰੀਅਲ ਹੀਰੋ ਨੇ, ਅਨਸੰਗ ਹੀਰੋ ਨੇ ਜਿਹਨੂੰ ਆਪਾਂ ਕਹਿੰਦੇ ਆ, ਜਿਹੜੇ ਕਿਤੇ ਆਪ ਨਹੀਂ ਗਏ ਵੰਡ ਕਰਨ ਜਾਂ ਕੁਛ, ਉਹਨਾਂ ਦੇ ਵਿੱਚ ਆ ਪਈ ਤੇ ਉਹ ਮਾਰੇ ਗਏ। ਅਜੇ ਤੱਕ ਉਹ ਵੀ ਨਹੀਂ ਕੀਤਾ। ਮਤਲਬ ਅਸੀਂ ਇਹ ਡਿਮਾਂਡ ਕਰਦੇ ਆ ਲਗਾਤਾਰ, ਉਹ ਲੋਕਾਂ ਨੇ ਮੰਨਿਆ। ਦੂਜੀ ਸੰਸਾਰ ਜੰਗ 'ਚ ਜਾਪਾਨ ਨੇ ਮਾਫੀ ਮੰਗੀ, ਅਸੀਂ ਕਾਮਾਗਾਟਾ ਮਾਰੂ ਤੋਂ ਲੈ ਕੇ ਵੱਖ-ਵੱਖ ਗਦਰੀ ਮਾਮਲਿਆਂ ਦੇ ਵਿੱਚ ਟ੍ਰਾਇਲ ਤੱਕ ਹੋ ਗਏ, ਅਸੀਂ ਉੱਥੋਂ ਤੱਕ ਇਹ ਗੱਲ ਕਰ ਰਹੇ ਹਾਂ, ਸਾਰੇ ਕਿਤੇ ਕਰ ਰਹੇ ਹਾਂ। ਪਰ ਆਪਣੇ ਇਸ ਗਲਤੀ ਦੀ ਜਿਹੜੀ ਇੱਕ ਮਤਲਬ ਉਹਨੂੰ ਕਹਿੰਦੇ ਆ ਯਾਦ ਕਰਦੇ ਹੋਏ ਤੁਸੀਂ ਅਹਿਸਾਸ ਕਰਨਾ ਹੁੰਦਾ ਕਿ ਅਸੀਂ ਇਹ ਗੱਲ ਗਲਤ ਕੀਤੀ ਹੈ। ਉਹ ਅਹਿਸਾਸ ਕਦੋਂ ਕਰੇਗਾ ਕੋਈ ਬੰਦਾ? ਜਾਂ ਐਜ ਏ ਕਮਿਊਨਿਟੀ, ਐਜ ਏ ਉਹਨਾਂ ਦੇ ਵਾਰਸ, ਨੇਸ਼ਨ, ਔਰ ਉਹ ਸਾਰੇ ਐਜ ਏ ਹਿਊਮੈਨਿਟੀ ਵੀ ਘੱਟੋ ਘੱਟ ਉਹ ਕਰਨੀ ਚਾਹੀਦੀ ਹੈ ਜਿਹੜੀਆਂ ਗਲਤੀਆਂ ਨੇ। ਉਹ ਅਜੇ ਅਧੂਰਾ ਚੈਪਟਰ ਹੈ ਸਾਡੇ। ਇਸ ਲਈ ਇਕੱਲੇ ਲਾਲ ਕਿਲੇ ਦੀ ਫਸੀਦ ਤੋਂ ਭਾਸ਼ਣ ਨਾਲ ਕੰਮ ਨਹੀਂ ਚੱਲਣਾ। ਤੁਸੀਂ ਦੁਬਾਰਾ ਕਹਿ ਦਿਓ ਕਿ 47 ਚ ਜੋ ਆ ਚੀਜ਼ਾਂ ਗਲਤੀਆਂ ਹੋਈਆਂ ਸੀ ਉਹ ਹੈ। ਵੰਡ ਤਾਂ ਹੋ ਗਈ, ਵੰਡ ਹੁਣ ਦੁਬਾਰਾ ਨਹੀਂ ਮਤਲਬ ਉਹ ਕੀਤੀ ਜਾ ਸਕਦੀ। ਔਰ ਉਹ ਵੰਡ ਦੀ ਅਸਫਲਤਾ, ਸਭ ਤੋਂ ਪਹਿਲੀ ਅਸਫਲਤਾ 1971 ਚ ਦਿਖਦੀ ਹੈ। 71 ਚ ਦਿਖਦੀ ਹੈ ਜਦੋਂ ਇੱਕ ਧਰਮ ਦੇ ਨਾਂ ਤੇ ਇੱਕ ਦੇਸ਼ ਬਣ ਗਿਆ ਸੀ, ਤਾਂ ਦੂਜੇ ਪਾਸੇ ਜਿਹੜੀ ਬੰਗਾਲੀ ਆਇਡੈਂਟੀਟੀ ਸੀ ਉਹਨੇ ਚੈਲੰਜ ਕਰਤਾ ਹੈ ਇਸਲਾਮਿਕ ਉਸ ਆਇਡੈਂਟੀਟੀ ਨੂੰ ਜਿਹਦੇ ਆਧਾਰ ਤੇ ਤੁਸੀਂ ਬਣਾ ਰਹੇ ਹੋ। ਮੁਸਲਿਮ ਕੁਐਸਚਨ ਤਾਂ ਫਿਰ ਮੁਸਲਿਮ ਕੁਐਸਚਨ ਉਧਰ ਹੋ ਗਿਆ ਜਿਹੜਾ ਜੀ। ਔਰ ਸਾਡੇ ਪੰਜਾਬੀ ਕੁਐਸਚਨ ਉਹ ਬਣਿਆ ਨਹੀਂ ਹੈ ਜੀ। ਅਸਲ ਚ ਦਿੱਕਤ ਇਹ ਹੈ ਜਿਹੜੀ ਇੱਕ ਕਮਿਊਨਿਟੀ ਦਾ ਇੱਕ ਕੁਐਸਚਨ ਹੁੰਦਾ ਆਇਡੈਂਟੀਟੀ, ਕਈ ਆਇਡੈਂਟੀਟੀ ਚ ਜਿਉਂਦਾ ਹੈ ਮਨੁੱਖ, ਬਿਲਕੁਲ, ਪਰ ਉਹਦੀ ਸੁਪਰੀਮ ਆਇਡੈਂਟੀਟੀ ਕਿਹੜੀ ਹੈ? ਉਹਨੂੰ ਨੇੜੇ ਲਿਆਉਣ ਵਾਲੀ ਸਭ ਤੋਂ ਮੇਜਰ ਆਇਡੈਂਟੀਟੀ ਕਿਹੜੀ ਹੈ? ਜਾਂ ਉਹ ਬੋਲੀ ਹੋ ਸਕਦੀ ਹੈ, ਉਹ ਸੱਭਿਆਚਾਰ ਹੋ ਸਕਦਾ ਹੈ, ਉਹ ਇਸ ਤਰ੍ਹਾਂ ਦੀ ਕਲੈਕਟਿਵ ਪਹਿਚਾਣ ਜਿਹੜੀ ਹੁੰਦੀ ਹੈ ਉਹ ਤੁਹਾਡੀ ਜ਼ਿਆਦਾ ਹੁੰਦੀ ਹੈ। ਇਹਦੇ ਕਰਕੇ ਇਹ ਚੀਜ਼ਾਂ ਬਹੁਤ ਮੇਜਰ ਪੱਧਰ ਤੇ ਮਨਾਈਆਂ ਜਾਣੀਆਂ ਚਾਹੀਦੀਆਂ ਹੁੰਦੀਆਂ ਨੇ। ਵੈਸੇ ਤਾਂ ਬਹੁਤ ਸੁਹਿਰਦ ਲੋਕ ਸ਼ੁਰੂ ਤੋਂ ਹੀ ਇਹ ਡਿਮਾਂਡ ਕਿਸੇ ਨਾ ਕਿਸੇ ਰੂਪ ਚ ਕਰ ਰਹੇ ਆ। ਇਦੋਂ ਪਹਿਲਾਂ ਵੀ ਬੜੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਤਨਜ਼ੀਮਾਂ ਜਿਹੜੀਆਂ ਨੇ ਉਹ ਵਾਘਾ ਬਾਰਡਰ ਤੇ ਜਾ ਕੇ ਹਿੰਦ ਪਾਕ ਦੋਸਤੀ ਦਾ ਕੁਐਸਚਨ ਹੈ, ਔਰ ਭਾਰਤ ਪਾਕ ਵੰਡ ਦੇ ਜਿਹੜੀ ਗਲਤੀ ਹੋਈ ਹੈ ਉਹ ਚ ਵਾਘਾ ਬਾਰਡਰ ਖੋਲਣ ਤੋਂ ਲੈ ਕੇ ਦੋਸਤੀ ਕਰਨ ਦੇ ਜਿਹੜੇ ਸਵਾਲ ਨੇ ਲਗਾਤਾਰ ਚੱਲਿਆ। ਕਰਤਾਰਪੁਰ ਸਾਹਿਬ ਲੰਘਿਆ ਵੀ ਉਸੇ ਦਾ ਇੱਕ ਕੜੀ ਸੀ, ਜਦੋਂ ਬਹੁਤ ਜ਼ਿਆਦਾ ਲੋਕਾਂ ਨੇ ਕਿਹਾ ਵੀ ਯਾਰ ਜਾਣ ਆਉਣ ਦਿਓ, ਸਾਡੇ ਤਾਂ ਉਧਰ ਰਹਿ ਗਏ ਸਾਡੇ ਮੇਨ ਧਾਰਮਿਕ ਸਥਾਨ ਸਾਡੇ। ਔਰ ਕਰਤਾਰਪੁਰ ਸਾਹਿਬ ਲੰਘੇ ਤੋਂ ਲੱਗਦਾ ਇਹ ਸੀ ਕਿ ਲੋਕਾਂ ਦੇ ਵਿੱਚ ਇੱਕ ਵੱਡੀ ਇੱਕ ਜਾਗਰੂਕਤਾ ਪੈਦਾ ਹੋਏਗੀ। ਅਸੀਂ ਹੋਰ ਜ਼ਿਆਦਾ ਇਸ ਮੂਵਮੈਂਟ ਨੂੰ ਤਕੜੀ ਕਰਾਂਗੇ, ਪੀਸ ਦੀ ਮੂਵਮੈਂਟ ਨੂੰ। ਬੇਸਿਕਲੀ ਇਹ ਪੀਸ ਦੀ ਮੂਵਮੈਂਟ ਹੈ। ਗਲੋਬਲ ਲੈਵਲ ਤੇ ਵੀ ਤੁਸੀਂ ਦੇਖੋ ਕਿ ਅਗਸਤ ਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਸੀ 6 ਤੇ 9 ਅਗਸਤ 45 ਨੂੰ ਹੀਰੋਸ਼ੀਮਾ ਤੇ ਬੰਬ ਸਿੱਟੇ ਤੇ ਨਾਗਾਸਾਕੀ ਤੇ, ਔਰ ਉਹਦੇ ਇੱਕ ਪੈਰਲਲ ਪੀਸ ਮੂਵਮੈਂਟ ਵੀ ਚੱਲ ਰਹੀ ਹੈ। ਜਰਮਨ 45 ਚ ਅਲੱਗ ਹੋਏ ਸੀ, ਉਹਨਾਂ ਨੇ ਆਪਣੀ ਕੰਧ ਤੋੜਤੀ ਕਿਸੇ ਨਾ ਕਿਸੇ ਰੂਪ ਚ। ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਉਦੋਂ ਸਾਡੇ ਦੋਨੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਕਿਹਾ
ਕਿ ਉਹ ਜਿਹਾ ਹੀ ਹੈ ਇੱਕ ਲੈਵਲ ਦਾ। ਬਿਲਕੁਲ, ਉਹਨਾਂ ਨੇ ਰੈਫਰੈਂਸ ਦਿੱਤੇ। ਬਿਲਕੁਲ, ਜੇ ਉਹ ਜਿਹਾ ਹੀ ਹੈ ਤਾਂ ਭਾਈ ਉਧਰ ਤਰ੍ਹਾਂ ਦਾ ਤੁਸੀਂ ਕਰੋ। ਇਹਦੇ ਤੋਂ ਇਲਾਵਾ ਅਗਲੀ ਗੱਲ ਪੰਜਾਬੀਆਂ ਦੀ ਹੈ, ਖਾਸ ਤੌਰ ਤੇ ਬੰਗਾਲੀਆਂ ਨੇ ਇੱਕ ਲੈਵਲ ਦਾ ਫਿਰ ਵੀ ਆਪਣਾ ਕੰਮ ਕੀਤਾ। ਪੰਜਾਬੀ ਸੁੱਤੇ ਕਿਉਂ ਨੇ ਇੱਥੇ? ਪੀਸ ਮੂਵਮੈਂਟ ਕਿਉਂ ਨਹੀਂ ਹੈ ਇੱਥੇ? ਗੁਰੂ ਨਾਨਕ ਦੀ ਫਿਲਾਸਫੀ ਹੈ, ਸਰਬੱਤ ਦੇ ਭਲੇ ਦੀ ਗੱਲ ਹੈ, ਕਿਸੇ ਨਾਲ ਗੱਲ ਉਹ ਨਹੀਂ ਹੈ। ਇਹਦੇ ਬਾਵਜੂਦ ਸਾਡੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਸਾਡੇ ਜਿੰਨੇ ਚੀਫ ਮਿਨਿਸਟਰ ਆਏ ਅੱਜ ਤੱਕ, ਉਹ ਸਾਰਿਆਂ ਨੇ ਇੱਥੇ ਡਰੋਨ ਆ ਗਿਆ ਜੀ, ਇੱਥੇ ਫਲਾਨਾ ਆ ਗਿਆ ਜੀ, ਇੱਥੇ ਫਲਾਨਾ। ਮੈਂ ਵਾਪਸ ਆਉਂਗਾ ਪੰਜਾਬ ਦੀ ਪੋਲਿਟਿਕਸ ਤੇ। ਜੇ ਆਪਾਂ ਨੇਸ਼ਨ ਦੀ ਪੋਲਿਟਿਕਸ ਨੂੰ ਹੀ ਸਮਝੀਏ ਤਾਂ ਜਿਹੜਾ ਇਹ ਨਰਿੰਦਰ ਮੋਦੀ ਦੇ ਵੱਲੋਂ ਇਨੀਸ਼ੀਏਟਿਵ ਲਿਆ ਗਿਆ, ਇਹ ਮੋਸਟ ਔਰ ਲੈਸ ਜਿਹੜੀ ਪਾਰਟੀਸ਼ਨ ਹੈ ਉਹ ਨਾਰਥ ਇੰਡੀਅਨ ਫਿਨੋਮੀਨਾ ਜਾਂ ਬੰਗਾਲ ਦਾ ਫਿਨੋਮੀਨਾ ਉਸ ਪਾਸੇ, ਤਾਂ ਸਾਊਥ ਇੰਡੀਆ ਨੂੰ ਤਾਂ ਬੜਾ ਇਹਦਾ ਅਹਿਸਾਸ ਵੀ ਨਹੀਂ ਸੀ। ਇੱਕ ਤਾਂ ਇਹ ਇਸ ਲੈਵਲ ਤੇ ਹਾਈਲਾਈਟ ਹੋਇਆ ਜ਼ਰੂਰ ਹੈ ਨਾ, ਪਰ ਇਹਦੀ ਜਿਹੜੀ ਤਰੀਕ ਮਿੱਥੀ ਗਈ ਹੈ 14 ਅਗਸਤ, ਤਾਂ ਉਸ 14 ਅਗਸਤ ਨੂੰ ਇੱਕ ਪਾਸੇ ਪਾਕਿਸਤਾਨ ਦਾ ਆਜ਼ਾਦੀ ਦਿਵਸ ਵੀ ਹੁੰਦਾ, ਹਾਲਾਂਕਿ ਉਹਦੇ ਤੇ ਵੀ ਰੌਲਾ ਹੈਗਾ ਵੀ ਉਹਨਾਂ ਨੇ 14 ਅਗਸਤ ਕਿਵੇਂ ਕਰ ਲਿਆ। ਉਹ ਦੋਵੇਂ ਇੱਕੋ ਹੀ ਦਿਨ ਹੋਏ ਸੀ, ਉਹ ਚਲੋ ਇੱਕ ਵੱਖਰੀ ਬਹਿਸ ਹੈ, ਪਰ ਹੁਣ ਇੱਕ ਐਸਟੈਬਲਿਸ਼ ਹੈਗਾ ਕਿ ਵੀ 14 ਅਗਸਤ ਨੂੰ ਪਾਕਿਸਤਾਨ ਦਾ ਹੁੰਦਾ। ਤਾਂ ਜੇ ਤੁਸੀਂ ਹਾਰਰ ਰਿਮੈਂਬਰੈਂਸ ਕਰਦੇ ਹੋ ਤਾਂ ਜੇ ਹਾਰਰ ਰਿਮੈਂਬਰੈਂਸ ਹੈ ਫਿਰ 15 ਅਗਸਤ ਕਿਉਂ ਨਹੀਂ ਹੋ ਸਕਦੀ? ਨਹੀਂ, ਹੋਣਾ ਚਾਹੀਦਾ। ਇੱਕ ਤਾਂ RSS ਦਾ ਬੜਾ ਪੁਰਾਣਾ ਇੱਕ ਅਪਰੋਚ ਹੈ ਇਸ ਸਬ ਕੰਟੀਨੈਂਟ ਬਾਰੇ ਜੀ। ਉਹ ਅਪਰੋਚ ਅਖੰਡ ਭਾਰਤ ਦੀ ਹੈ ਜੀ। ਉਹ ਅਖੰਡ ਭਾਰਤ ਚ ਪਾਕਿਸਤਾਨ ਵੀ ਹੈ, ਬੰਗਲਾਦੇਸ਼ ਵੀ ਹੈ, ਸਾਰਾ ਇੱਕ ਬੜਾ ਵੱਡਾ ਜਿਹੜਾ ਇੱਕ ਉਪ ਮਹਾਦੀਪ ਜਿਹੜਾ ਉਹ। ਹੁਣ ਅਖੰਡ ਭਾਰਤ ਕਿਵੇਂ ਬਣੇਗਾ? ਉਦੋਂ ਦੋ ਟਾਈਪ ਦੇ ਪੈਟਰਨ ਚੱਲਦੇ। ਰਾਮ ਮਨੋਹਰ ਲੋਹੀਆ ਨੇ ਇੱਕ ਦਿੱਤਾ ਸੀ ਕਨਫੈਡਰੇਸ਼ਨ ਦਾ ਸਲੋਗਨ ਜੀ, ਤੇ ਅਖੰਡ ਭਾਰਤ ਦੇ ਮੁਕਾਬਲੇ। ਅਖੰਡ ਭਾਰਤ ਦਾ ਮਤਲਬ ਹੁੰਦਾ ਵੀ ਅਸੀਂ ਜ਼ਬਰਦਸਤੀ ਤੁਹਾਨੂੰ ਨਾਲ ਰੱਖਣਾ, ਜਿਵੇਂ ਮਰਜ਼ੀ ਰਹੋ, ਨਹੀਂ ਨਾਲ ਰਹਿਣਾ, ਸਾਡੇ ਕੋਲ ਫੌਜ ਹੈ, ਸਾਡੇ ਕੋਲ ਤਾਕਤ ਹੈ, ਸਾਡੇ ਕੋਲ ਨਹੀਂ ਜਾਣਾ ਜੀ। ਕਨਫੈਡਰੇਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੀ ਇੱਛਾ ਨਾਲ ਤਾਕਤਾਂ ਦੀ ਵੰਡ ਕਰਕੇ ਇੱਕ ਦੂਜੇ ਨਾਲ ਮਿਲ ਕੇ ਰਹਿਣ ਦੀ ਆਦਤ ਪਾਉਣੀ ਹੈ। ਇਹ ਲੋਹੀਆ ਬੜੇ ਦਿਨ ਪ੍ਰਚਾਰ ਦੇ ਰਹੇ ਨੇ ਜੀ, ਸੋਸ਼ਲਿਸਟ ਜਿਹੜੀ ਉਸ ਮਾਮਲੇ ਨੂੰ। ਉਦੋਂ ਬਾਅਦ ਵੀ ਇਹ ਲਗਾਤਾਰ ਚੱਲਦਾ ਰਿਹਾ ਇੱਕ ਵਰਤਾਰਾ। ਹੁਣ ਜੇ ਤਾਂ ਇਸ ਅਪਰੋਚ ਚੋਂ ਹੈ ਜਿਹੜੇ, ਕਿਉਂਕਿ ਬੀਜੇਪੀ ਬਾਰੇ ਇਹ ਗਿਣਿਆ ਜਾਂਦਾ, ਮੈਂ ਇਹ ਮਹਿਸੂਸ ਕਰਦਾ ਕਿ ਦੇਸ਼ ਦੇ ਵਿੱਚ ਜੇਕਰ ਆਪਣੀ ਆਈਡੀਓਲੋਜੀ ਤੇ ਪਰਪੱਕਤਾ ਨਾਲ ਕੋਈ ਧਿਰ ਅੱਗੇ ਵੱਧ ਰਹੀ ਹੈ ਤਾਂ ਉਹ ਬੀਜੇਪੀ ਹੈ। ਬਾਕੀ ਪਾਰਟੀਆਂ ਜਿਹੜੀਆਂ ਆਈਡੀਓਲੋਜੀ ਛੱਡ ਚੁੱਕੀਆਂ ਨੇ। ਔਰ ਤੁਸੀਂ 370 ਦੇਖ ਲਓ, ਜੰਮੂ ਕਸ਼ਮੀਰ ਦਾ ਜੋ ਹਾਲ ਕੀਤਾ ਤੇ ਯੂਟੀ ਚ ਬਦਲਤਾ। ਦੇਸ਼ ਦੇ 7 ਦਹਾਕਿਆਂ ਦੇ ਇਤਿਹਾਸ 'ਚ ਫਸਟ ਟਾਈਮ ਹੋਇਆ ਕਿਸੇ ਦੇਸ਼ ਸੂਬੇ ਦਾ ਰੁਤਬਾ ਘਟਾ ਦਿੱਤਾ। ਬਿਲਕੁਲ ਠੀਕ ਹੈ। ਫਿਰ ਰਾਮ ਮੰਦਿਰ ਦਾ ਮਾਮਲਾ ਦੇਖ ਲਓ, ਫਿਰ ਤੁਸੀਂ ਕਾਮਨ ਸਿਵਲ ਕੋਡ ਦਾ, ਯੂਨੀਫਾਰਮ ਸਿਵਲ ਕੋਡ ਦਾ ਦੇਖ ਲਓ, ਤੇ ਉਹਦੇ 'ਚ ਹੀ ਫਿਰ ਅਖੰਡ ਭਾਰਤ ਦਾ ਇਹ ਨਜ਼ਰੀਆ ਆਏਗਾ। ਉਹ ਪਾਕਿਸਤਾਨ ਵਾਲੇ ਦਿਨ ਕਰਨਾ ਕਿ ਉਦੋਂ ਨੇ ਗਲਤੀ ਕੀਤੀ ਸੀ, ਗਲਤੀ ਕਿਹਦੇ ਨਾਲ ਆਉਣੀ, ਕਿਹਦੇ ਨਾਲ ਜਿਵੇਂ ਵੀ ਲੱਗਦੀ ਹੈ, ਉਹ ਸਾਰਾ ਕੁਝ ਸਾਡੇ ਸਾਹਮਣੇ ਆਉਂਦਾ। ਇਟ ਮੀਨਸ ਜੇ ਉਹ ਅਖੰਡ ਭਾਰਤ ਦਾ ਹੀ ਉਹਦੇ ਪਿੱਛੇ ਲੌਜਿਕ ਹੈ ਤਾਂ ਇਹ ਬਹੁਤ ਖਤਰਨਾਕ ਲੌਜਿਕ। ਇਹਨੂੰ ਤੁਸੀਂ ਕਿਸੇ ਇੱਕ ਦੇ ਖਾਤੇ ਨਹੀਂ। ਜੇ ਉਹ ਲੌਜਿਕ ਹੈ ਕਿ ਤੁਹਾਡੇ ਵੱਲ ਵੀ ਇੰਨੀਆਂ ਉਂਗਲਾਂ ਆਉਂਦੀਆਂ ਨੇ, ਸਾਡੀ ਮੇਨ ਲੀਡਰਸ਼ਿਪ ਫਲॉप ਹੋਈ ਹੈ, ਅਸੀਂ ਰਲ ਕੇ ਇਹਨੂੰ ਇਕੱਠਾ ਨਹੀਂ ਰੱਖ ਸਕੇ, ਫਿਰ ਇੱਕ ਦੂਜਾ ਐਂਗਲ ਹੈ। ਕਿਉਂਕਿ ਇੱਕੋ ਚੀਜ਼ ਦੇ ਦੇਖਣ ਦੇ ਨਜ਼ਰੀਏ ਨੇ, ਉਹ ਐਨਾਲਿਸਿਸ ਨੇ ਆਪੋ ਆਪਣੇ। ਜੇ ਤੁਸੀਂ ਪੋਜ਼ਿਟਿਵ ਐਨਾਲਿਸਿਸ ਵੱਲ ਜਾਓਗੇ, ਦੁਨੀਆ ਦੀ 21ਵੀਂ ਸਦੀ ਦੇ ਵੱਲ ਜਾਓਗੇ ਕਿ ਆਪਾਂ ਹੁਣ ਇਹ ਘਟਾ ਕੇ ਜਿਹੜੀਆਂ ਕੰਟਰਾਡਿਕਸ਼ਨ ਨੇ ਇਹਨੂੰ ਲਿਆਉਣਾ ਹੈ। ਔਰ ਇਸੇ ਕਰਕੇ ਅੱਜ ਕੱਲ ਵੀ ਇੱਕ ਇਹ ਨਾਰਾ ਲਗਾਤਾਰ ਚੱਲ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਜੰਮੂ ਕਸ਼ਮੀਰ ਦੀ ਪ੍ਰੋਬਲਮ ਵੀ ਹੱਲ ਕਰਨੀ ਹੈ, ਸ਼ਾਂਤੀ ਲਿਆਉਣੀ ਹੈ, ਬਾਕੀ ਹੈ ਤਾਂ ਇਹ ਕਨਫੈਡਰੇਸ਼ਨ ਬਣ ਸਕਦੀ ਹੈ। ਐਡੀ ਕੋਈ ਗੱਲ ਨਹੀਂ। ਉਹ ਕਨਫੈਡਰੇਸ਼ਨ ਚ ਸਾਰਕ ਵੀ ਡਿਵੈਲਪ ਹੋ ਸਕਦੀ ਹੈ, ਜਿਵੇਂ ਯੂਰਪੀਅਨ ਇਕਨੋਮਿਕ ਭਾਈਚਾਰਾ ਜਾਂ ਬਾਕੀ ਪਾਰਲੀਮੈਂਟ ਸੀ। ਇੱਕ ਤਾਂ ਉਹ ਪੋਜ਼ਿਟਿਵ ਆਈਡੀ ਹੈ। ਜੇ ਉਹ ਪੋਜ਼ਿਟਿਵ ਆਈਡੀ ਹੈ, ਜੇ ਪ੍ਰਧਾਨ ਮੰਤਰੀ ਉਵੇਂ ਸੋਚਦੇ ਨੇ ਤਾਂ ਸਭ ਤੋਂ ਪਹਿਲਾਂ ਪਾਰਲੀਮੈਂਟ ਚ ਮਤਾ ਪਾਉਣਾ ਚਾਹੀਦਾ ਕਿ ਇਹ ਗਲਤੀਆਂ ਹੋਈਆਂ, ਅਨਸੰਗ ਬੰਦੇ ਜਿਹੜੇ ਮਾਰੇ ਗਏ, ਜਿਹੜਿਆਂ ਦਾ ਪਤਾ ਹੀ ਨਹੀਂ ਕੌਣ ਨੇ, ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰੋ। ਤੇ ਦੂਜੀ ਕਹੋ ਕਿ ਉਦੋਂ ਦੀ ਇਹਦੀ ਡਿਵੀਜ਼ਨ ਦੀ ਜਿਹੜੀ ਸਾਡੀ ਮੰਨੀ ਲੀਡਰਸ਼ਿਪ, ਉਹ ਸਾਡੀ ਅਸਫਲਤਾ ਹੈ, ਸਾਨੂੰ ਨਹੀਂ ਸੀ ਕਰਨਾ ਚਾਹੀਦਾ। ਕੈਬਨਿਟ ਮਿਸ਼ਨ ਯੋਜਨਾ ਜਿਹੜੀ ਡੀਸੈਂਟਰਲਾਈਜ਼ਡ ਤੇ ਪੈਡਲ ਸਟਰਕਚਰ ਦੇ ਤਹਿਤ ਆਈ ਸੀ, ਉਹਨੂੰ ਕਿਉਂ ਨਹੀਂ ਮੰਨਿਆ ਗਿਆ? ਫਿਰ ਡਿਬੇਟ ਨਵੀਂ ਖੁੱਲੂਗੀ। ਉਹ ਫਿਰ ਸਾਰੀਆਂ ਧਿਰਾਂ ਜਿਨ੍ਹਾਂ ਦਾ ਰੋਲ ਜੋ ਹੈਗਾ ਉਹ ਆਏਗਾ, ਉਹ ਨਵਾਂ ਬਹਿਸ ਹੋਏਗੀ। ਔਰ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਇਤਿਹਾਸ ਤੇ। ਜੇ ਮੰਨ ਲਓ ਇਹ ਜੇ ਤਰੱਦਦ, ਜਿਵੇਂ ਤੁਸੀਂ ਦੱਸਿਆ ਕਿ 33,000 ਇੱਕ ਛੋਟੇ ਫਿਰਕੂ ਦੰਗੇ ਹੋਏ ਨੇ 47 ਤੋਂ ਬਾਅਦ, ਵੱਡੇ ਤਜਰਬੇ ਤੋਂ ਬਾਅਦ ਵੀ, ਤਾਂ ਹੁਣ ਜੇ 9 ਸਾਲਾਂ ਦਾ ਆਪਾਂ ਇਤਿਹਾਸ ਦੇਖੀਏ, ਉਹਦੀ ਬੀਜੇਪੀ ਗਵਰਨਮੈਂਟ ਆਈ ਹੈ, ਉਦੋਂ ਤੋਂ ਜਿੱਦਾਂ ਦਾ ਫਿਰਕੂ ਮਾਹੌਲ ਹੈਗਾ, ਜਿੱਦਾਂ ਦੇ ਨੂੰਹ ਤੱਕ ਦਾ ਵਾਕਿਆ ਅਸੀਂ ਹੁਣ ਦੇਖ ਰਹੇ ਹਾਂ, ਤਾਂ ਉਹਦੇ ਵਿੱਚ ਪਾਰਟੀਸ਼ਨ ਹਾਰਰ ਰਿਮੈਂਬਰੈਂਸ ਡੇ ਹੈ। ਤਾਂ ਇਹ ਤੁਹਾਨੂੰ ਕੀ ਲੱਗਦਾ, ਜੇ ਸਰਕਾਰ ਦੀ ਤੁਸੀਂ ਇੱਕ ਜਿਹੜੀ ਉਹਦੀ ਕਾਰਜਸ਼ੈਲੀ ਰਹੀ ਹੈ ਤੇ ਉਹਦੇ ਵਿੱਚ ਰਿਮੈਂਬਰੈਂਸ ਹੈ, ਇਹ ਉਹ ਅਖੰਡ ਭਾਰਤ ਦੇ ਕਨਸੈਪਟ ਕਿਉਂ ਆ ਰਹੀ ਹੈ ਫਿਰ, ਜਾਂ ਫਿਰ ਇਹ ਰਿਅਲਾਈਜੇਸ਼ਨ ਦੇ ਕਨਸੈਪਟ ਕਿਉਂ ਆ ਰਹੀ ਹੈ? ਨਹੀਂ, ਇਹ ਕੰਟੀਨਿਊਟੀ ਲੱਗਦੀ ਹੈ ਕਿ ਇੱਕ ਅਪਰੋਚ ਦੀ, ਇੱਕ ਵਿਚਾਰਧਾਰਾ ਦੀ, ਉਹ ਅਖੰਡ ਭਾਰਤ ਤੋਂ। ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਵੀ ਭਾਰਤੀ ਹੈ ਤੇ ਉਹ ਨਾਗਰਿਕ ਹੈ, ਜਿਹੜਾ ਬਾਹਰੋਂ ਆਇਆ ਉਹ ਹੈ ਹੀ ਨਹੀਂ। ਦੂਸਰੀ ਗੱਲ, ਜਦੋਂ ਤੁਸੀਂ ਕਿਸੇ ਬੰਦੇ ਨੂੰ ਇਹ ਕਹਿੰਦੇ ਪਾਵਰ ਪੂਵਰ ਚ ਹਿੱਸਾ ਨਾ ਮੰਗ, ਬਸ ਜੋ ਅਸੀਂ ਦਿੰਦੇ ਹਾਂ ਲੈ ਕੇ ਚੁੱਪ ਕਰ ਜਾ, ਇੱਕ ਵੱਡੀ ਕਮਿਊਨਿਟੀ ਜਿਹੜੀ ਮਿਨੋਰਿਟੀ ਕਮਿਊਨਿਟੀ ਹੈ, ਉਹਦੇ ਨਾਲ ਸਟੇਟ ਖੜ ਜਾਂਦੀ ਹੈ। ਤੁਸੀਂ ਕਿਸੇ ਦਾ ਵੀ ਕਤਲ ਕਰ ਦਿੰਦੇ ਹੋ, ਕਦੇ ਗਊ ਦੇ ਮਾਸ ਦੇ ਨਾਂ ਤੇ, ਕਦੇ ਪਹਿਰਾਵੇ ਦੇ ਨਾਂ ਤੇ, ਕਦੇ ਕਿਸੇ ਨਾਂ ਤੇ,
ਸਟੇਟ ਦੂਜੇ ਪਾਸੇ ਖੜੀ ਆ। ਮਨੀਪੁਰ ਤੇ ਨੂਹ ਦੀਆਂ ਤਾਂ ਹੁਣ ਤਾਜ਼ਾ ਘਟਨਾਵਾਂ ਨੇ। ਤਾਜ਼ੀਆਂ ਘਟਨਾਵਾਂ 'ਚ ਤੁਸੀਂ ਕਿਹਦੇ ਨਾਲ ਖੜੇ ਹੋ? ਜਦੋਂ ਤੁਸੀਂ ਖਾਮੋਸ਼ ਹੋ, ਤੁਸੀਂ ਮੈਜੋਰਟੀ ਧਿਰ ਨਾਲ ਖੜੇ ਹੋ ਜਿਹੜੀ ਤਸ਼ੱਦਦ ਕਰ ਰਹੀ ਹੈ। ਮਤਲਬ ਤੁਸੀਂ ਕਹਿ ਰਹੇ ਹੋ ਨਾ ਵੀ ਮੈਂ ਤਾਂ ਨਿਊਟਰਲ ਆ, ਇੱਥੇ ਲੜਾਈ ਹੋ ਰਹੀ ਹੋਵੇ, 2 ਬੰਦਿਆਂ ਨੂੰ 10 ਬੰਦੇ ਕੁੱਟੀ ਜਾਣ, ਸਿਰ ਪਾੜ ਰਹੇ, ਮੈਂ ਤਾਂ ਨਿਊਟਰਲ ਆ। ਤੁਸੀਂ ਨਿਊਟਰਲ ਨਹੀਂ ਹੋ, ਤੁਸੀਂ ਉਹ 10 ਬੰਦਿਆਂ ਦਾ ਸਹਿਯੋਗ ਕਰ ਰਹੇ ਹੋ। ਤੁਸੀਂ ਕਿਸੇ ਨਾ ਕਿਸੇ ਉਸ ਪਾਸੇ ਬਣੋ। ਫਿਰ ਜਿਹੜੀ ਹਜੂਮੀ ਹਿੰਸਾ ਦਾ ਦੌਰ ਜਿਸ ਢੰਗ ਨਾਲ ਚੱਲਿਆ, ਹਜੂਮ ਪੈਦਾ ਹੋਇਆ, ਬੰਦੇ ਮਾਰਤੇ ਇੱਕ ਪਾਰਟੀਕੂਲਰ ਧਰਮ ਦੇ ਜਾਂ ਪਾਰਟੀਕੂਲਰ ਦੇ, ਉਹ ਦਲਤਾਂ ਨਾਲ ਵੀ ਵਾਪਰ ਰਿਹਾ, ਉਹ ਮੁਸਲਮਾਨ ਨਾਲ ਵੀ ਵਾਪਰ ਰਿਹਾ, ਉਹ ਸਾਰਿਆਂ ਨਾਲ ਵਾਪਰ ਰਿਹਾ। ਔਰ ਸਟੇਟ ਦੇ ਹੁੰਦੇ ਹੋਏ ਔਰ ਹੇਟ ਸਪੀਚ ਹੋ ਜਾਂਦੇ ਆ। ਹਰਿਦੁਆਰ ਵਾਲਾ ਮਾਮਲਾ ਸੁਪਰੀਮ ਕੋਰਟ ਗਿਆ, ਫਿਰ ਦੁਬਾਰਾ ਕਿਤੇ ਹੋ ਗਿਆ। ਤੁਸੀਂ ਉਹਨਾਂ ਅਪਰਾਧੀਆਂ ਦੇ ਗਲ ਹਾਰ ਪਾ ਰਹੇ ਹੋ, ਤੁਹਾਡੇ ਬੜੇ ਮਹੱਤਵਪੂਰਨ ਬੰਦੇ ਪਾ ਰਹੇ ਨੇ। ਔਰ ਜਦੋਂ ਉਹਨਾਂ ਦੇ ਹਾਰ ਪਾ ਰਹੇ ਹੋ, ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਕਹਿ ਰਹੇ ਹੋ ਕਿ ਅਸੀਂ ਸਟੇਟ ਪਾਵਰ ਤੇਰੇ ਨਾਲ ਖੜੀ ਹੈ, ਉਹ ਇਹੀ ਕੰਮ ਕਰੋ। ਦੂਜੇ ਫਿਰ ਬਹਿ ਜਾਣਗੇ, ਤਿਰਕ ਜਾਣਗੇ, ਉਹਨਾਂ ਦੀ ਆਵਾਜ਼ ਨਹੀਂ ਆਏਗੀ, ਉੱਠੇਗੀ। ਔਰ ਉਹਦੇ ਚੋਂ ਇਹ ਵੀ ਨਜ਼ਰ ਆਉਂਦਾ ਕਿ ਤੁਸੀਂ ਦੂਜੇ ਨੂੰ ਦੇਖਦੇ ਕਿਵੇਂ ਹੋ। ਬੀਜੇਪੀ ਦੇ ਲਗਭਗ 400 MP ਹੈ ਪਾਰਲੀਮੈਂਟ 'ਚ, ਲੋਕ ਸਭਾ 'ਚ ਤੇ ਰਾਜ ਸਭਾ ਦੇ ਵਿੱਚ, ਇੱਕ ਵੀ ਮੁਸਲਮ ਨਹੀਂ ਹੈ। ਤਾਂ ਜੇ ਇੰਨੇ ਵੱਡਾ ਹੀ ਤੁਹਾਡਾ ਸੈਟਅਪ ਹੈ, ਤੁਸੀਂ ਕਿਉਂ ਨਹੀਂ ਉਸ ਪਾਸੇ ਵੱਲ ਜਦੋਂ ਦੇਸ਼ ਓਵਰਆਲ ਚਲਾਉਣਾ ਹੁੰਦਾ ਤਾਂ ਆਪਾਂ ਪ੍ਰਤੀਨਿਧਤਾ ਵੀ ਦਿੰਦੇ ਆ, ਦੇਖ ਕੇ ਕਿ ਇਹਨਾਂ ਨੂੰ ਇੰਨਾ ਹਿੱਸੇਦਾਰ ਬਣਾਓ। ਇਸ ਲਈ ਉਹ ਅਪਰੋਚ ਉਹ ਲੱਗ ਰਹੀ ਹੈ ਲਗਾਤਾਰ। ਤੁਸੀਂ ਉਹਦੇ ਤੇ ਗੱਲ ਹੀ ਨਹੀਂ ਕਰਦੇ, ਜਿਹੜੀਆਂ ਗੱਲਾਂ ਤੇ ਉਹਦੇ ਚੁੱਪ ਕਰ ਜਾਂਦੇ ਹੋ। ਜੇ ਮੁਸਲਿਮ ਕਮਿਊਨਿਟੀ ਮੰਨ ਲਓ ਇਹਨੂੰ ਪਾਰਟੀਸ਼ਨ ਹਾਰਰ ਡੇ 14 ਅਗਸਤ ਰੱਖਿਆ ਗਿਆ, ਜਿਹੜੀ ਹਿੰਦੁਸਤਾਨ ਦੀ ਮੁਸਲਿਮ ਕਮਿਊਨਿਟੀ ਹੈ ਉਹ ਇਹਨੂੰ ਕਿੱਦਾਂ ਲੈ ਸਕਦੀ ਹੈ? ਤੁਹਾਨੂੰ ਕੀ ਲੱਗਦਾ? ਨਹੀਂ, ਮੈਨੂੰ ਇਹ ਲੱਗਦਾ ਕਿ ਉਹ ਬਹੁਤ ਡਰੀ ਹੋਈ ਹੈ ਇਸ ਸਮੇਂ। ਉਹਨਾਂ ਕੋਲ ਨਾ ਲੀਡਰਸ਼ਿਪ ਹੈ, ਨਾ ਕੁਛ ਹੋਰ ਹੈ, ਤੇ ਇਸ ਲਈ ਉਹ ਤਾਂ ਜਿਵੇਂ ਇੱਕ ਦਿਨ ਕਟੀ ਦਾ ਦੌਰ ਆ ਜਾਂਦਾ ਹੈ। ਹਜੇ ਇਹ ਡਿਮੋਰਲਾਈਜੇਸ਼ਨ ਹੈ ਬਹੁਤ ਜ਼ਿਆਦਾ, ਇਸ ਲਈ ਉਹ ਅਗਰੈਸਿਵ ਨਹੀਂ ਹੋ ਸਕਦੀ। ਲੱਗਦਾ ਇਹ ਹੈ ਕਿ ਉਹ ਮਾਯੂਸ ਹੋਣਗੇ ਉਸ ਚੱਕਰ ਦੇ ਵਿੱਚ, ਕੋਈ ਕਾਰਵਾਈ ਨਹੀਂ। ਤਾਂ ਜੇ ਆਪਾਂ ਪੰਜਾਬ ਦੀ ਹੁਣ ਗੱਲ ਕਰੀਏ, ਤੁਸੀਂ ਉਦੋਂ ਪੰਜਾਬ ਦੀ ਲੀਡਰਸ਼ਿਪ ਦੀ ਗੱਲ ਕਰਨ ਲੱਗੇ ਸੀਗੇ, ਮੈਂ ਉਸੇ ਗੱਲ ਤੇ ਵਾਪਸ ਆਉਣਾ। ਤੇ ਇੱਕ ਪਾਸੇ ਇਹ ਦੇਸ਼ ਦੇ ਵਿੱਚ ਹੋਇਆ, ਮਤਲਬ ਕਿ ਹੁਣ ਕਿਸੇ ਵੀ ਰੂਪ ਦੇ ਵਿੱਚ ਪਾਰਟੀਸ਼ਨ ਦੀ ਡਿਬੇਟ ਚੱਲੀ ਹੈ, ਜਿਹੜੀ ਪਹਿਲਾਂ ਚੱਲੀ ਹੋਈ ਨਹੀਂ ਸੀ ਕਦੇ, ਕਿ ਪਾਰਟੀਸ਼ਨ ਕੋਈ ਮਾੜਾ ਚੀਜ਼ ਵੀ ਹੋਈ ਸੀ ਉਸ ਟਾਈਮ ਤੇ ਉਸ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਦਰਦ ਹੈ, ਤਾਂ ਜਿਹੜਾ ਨਰਿੰਦਰ ਮੋਦੀ ਉਹਨਾਂ ਦਾ ਸਾਰਾ ਪੱਖ ਹੈ, ਉਹ ਪੰਜਾਬੀਆਂ ਦਾ ਜਾਂ ਬੰਗਾਲੀਆਂ ਦਾ ਦਰਦ ਦੀ ਤਰਜਮਾਨੀ ਕਰਦਾ। ਨਹੀਂ, ਉਹ ਜਿਹਾ ਤਾਂ ਅਪਰੋਚ ਹੀ ਨਹੀਂ। ਦਰਦ ਵਾਲਾ ਤਾਂ ਦਰਦਨਾਕ, ਪਰ ਤੁਹਾਡਾ ਇੱਕ ਚਿਹਰਾ ਹੁੰਦਾ ਤੇ ਉਹਦਾ ਚੋਂ ਐਕਸ਼ਨ ਵੀ ਨਿਕਲਦਾ। ਦਰਦ ਤਾਂ ਜਿਵੇਂ ਕਹਿੰਦੇ ਨੇ ਵੀ ਆਪਣੇ ਜਿਹੜੀ ਲੱਗੀ ਅੱਗ ਹੁੰਦੀ ਹੈ, ਦੂਜੇ ਦੇ ਤਾਂ ਬਸੰਤਰੀ ਨਜ਼ਰ ਆਉਂਦੀ ਹੈ। ਖੜ ਕੇ ਦੇਖ ਲਓ, ਐਡੀ ਦੂਰੋਂ ਖੜ ਕੇ। ਹਾਂ, ਬਹੁਤ ਸੰਵੇਦਨਸ਼ੀਲ ਲੋਕ ਹੋਣ, ਉਹਨੂੰ ਸ਼ਾਇਦ ਅਸਰ ਪੈਂਦਾ ਹੁੰਦਾ। ਜਿਸ ਅਪਰੋਚ ਦੀ, ਜਿਸ ਆਈਡੀਓਲੋਜੀ ਦੀ ਉਹ ਰਿਪਰੈਜ਼ੈਂਟੇਸ਼ਨ ਕਰਦੇ ਨੇ, ਸ਼ਾਇਦ ਉਹ ਦਰਦ ਵਾਲੀ ਗੱਲ ਉਸ ਪੱਧਰ ਦੇ ਉੱਤੇ ਤਾਂ ਨਹੀਂ ਨਜ਼ਰ ਆਉਂਦੀ। ਹਾਂ, ਪੰਜਾਬੀਆਂ ਦਾ ਦਰਦ ਦਿਖਾਈ ਦੇ ਰਿਹਾ ਸਾਨੂੰ ਨਾਵਲਾਂ 'ਚ, ਕਹਾਣੀਆਂ 'ਚ, ਕਵਿਤਾਵਾਂ 'ਚ। ਅੱਜ ਵੀ ਬਜ਼ੁਰਗਾਂ ਦੇ ਆਪੋ ਜੰਮਣ ਭੋਏ ਦੇਖਣ ਦੇ ਲਈ ਖਾਹਿਸ਼ਮੰਦ ਹੋਣਾ। ਜੇ ਵੀਜ਼ਾ ਨਾ ਹੋਏ ਤਾਂ ਮੈਨੂੰ ਲੱਗਦਾ ਸਾਰੇ ਕਿੰਨਾ ਵੱਧ ਜੇ ਤੇ ਜਾ ਕੇ ਦੇਖਣਗੇ, ਲੋਕ ਤਲਾਸ਼ ਕਰਨਗੇ ਆਪਣੇ ਘਰ ਜਿਹੜੇ ਨੇ ਉਸ ਪੱਧਰ ਦੇ ਉੱਤੇ। ਇਸ ਕਰਕੇ ਇੱਕ ਤਾਂ ਇਹ ਰੂਟਸ ਨਾਲ ਜੁੜਨ ਦਾ ਮਨੁੱਖ ਦੀ ਫਿਤਰਤ ਤੇ ਮਿੱਟੀ ਨਾਲ ਮੋਹ ਦੀ ਫਿਤਰਤ, ਇਹ ਤਾਂ ਕਾਮਨ ਮਨੁੱਖ ਦੀ ਹਰ ਕਿਤੇ ਹੀ ਹੈ। ਤਾਂ ਜਿਹਦੇ ਤੋਂ ਖੋਹੀ ਜਾ ਰਹੀ ਹੈ ਉਹਦੇ 'ਚ ਉਹ ਜ਼ਿਆਦਾ ਹੋਣਾ ਹੈ ਨਾ, ਡੈਪਥ ਜ਼ਿਆਦਾ ਹੋਣਾ ਉਸ ਪੱਧਰ ਦੇ ਉੱਤੇ। ਆ ਹੁਣ ਇੱਕਾ ਦੁੱਕਾ ਜਿੰਨੀਆਂ ਘਟਨਾਵਾਂ ਨੇ, ਇਹ ਕਿਵੇਂ ਇਮੋਸ਼ਨਲ ਕਰਦੀਆਂ ਨੇ ਲੋਕਾਂ ਨੂੰ ਜਦੋਂ ਬੰਦੇ ਮਿਲਦੇ ਨੇ ਇਧਰੋਂ ਉਧਰੋਂ। ਹਾਂ, ਬਿਲਕੁਲ। ਮੇਰਾ ਖਿਆਲ 80 ਤੋਂ ਉੱਪਰ ਵਾਲੀ ਹੈ, ਬਿਲਕੁਲ, ਜਿਹਨੂੰ ਮਾੜਾ ਮੋਟਾ ਇਸ ਦਹਾਕੇ ਤੱਕ ਹੀ ਰਹਿਣੇ ਆ ਬਸ, ਜਿੰਨੇ ਕ ਰਹਿੰਦੇ ਨੇ। ਇਸ ਲਈ ਉਹਨਾਂ ਦਾ ਦਰਦ ਤਾਂ ਡੁੱਲ ਪੈਂਦਾ, ਉਹ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਦੇ। ਤੇ ਦੂਜਾ ਦਰਦ ਨਹੀਂ ਲੱਗਦਾ ਹੁੰਦਾ, ਉਹ ਤਾਂ ਫਿਰ ਕਿਸੇ ਨਾ ਕਿਸੇ ਨੂੰ ਮੈਸੇਜ ਲੱਗਦਾ ਹੁੰਦਾ ਵੀ ਮੈਂ ਕੋਈ ਗੱਲ ਨਹੀਂ, ਆਪਾਂ ਕੋਈ ਕੰਮ ਕਰ ਰਿਹਾ, ਸੋਚ ਸਮਝ ਕੇ ਕਰ ਰਹੇ, ਇੱਕ ਵਾਰ ਤਾਂ ਲਿਖ ਕੇ ਕਰ। ਠੀਕ ਹੈ। ਤਾਂ ਆਪਾਂ ਹੁਣ ਮਾਨਸੇ ਦੇ ਘਟਨਾਕ੍ਰਮ ਤੇ ਆਈਏ। ਪਿਛਲੇ 1 ਮਹੀਨੇ ਤੋਂ ਉੱਥੇ ਮਸਲਾ ਚੱਲ ਰਿਹਾ ਜਿਹੜੇ ਕਿ ਮੈਡੀਕਲ ਨਸ਼ੇ ਨੂੰ ਲੈ ਕੇ, ਤੇ ਪਰਮਿੰਦਰ ਸਿੰਘ ਝੋਟੇ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਧਰਨਾ ਦੂਸਰਾ ਹੋਣ ਲੱਗਿਆ ਕੱਲ। ਤੇ ਉੱਥੇ SSP ਵੀ ਆਏ ਨੇ, ਉਹਨਾਂ ਨੇ ਕਿਹਾ ਕਿ ਅਸੀਂ ਪਰਚਾ ਤੇ ਛੇਤੀ ਮਤਲਬ ਕਿ ਕੋਈ ਤੁਹਾਨੂੰ ਖੁਸ਼ਖਬਰੀ ਦੇਵਾਂਗੇ। ਤਾਂ ਤੁਸੀਂ ਇਹਦੇ ਚ ਮਾਨਸਾ ਪੁਲਿਸ ਦੀ ਜਾਂ ਓਵਰਆਲ ਪੰਜਾਬ ਪੁਲਿਸ ਦੀ ਜਿਹੜੀ ਭੂਮਿਕਾ ਕਿੱਦਾਂ ਦੇਖਦੇ? ਇੱਕ ਗੱਲ ਇਹ ਸੀ ਕਿ ਜਦੋਂ ਪਹਿਲਾਂ ਲੋਕਾਂ ਨੇ ਕਿਹਾ ਜਨਤਕ ਤੌਰ ਦੇ ਉੱਤੇ ਇਹ ਪਰਮਿੰਦਰ ਸਿੰਘ ਝੋਟੇ ਦੇ ਮਾਮਲੇ ਦੇ ਵਿੱਚ ਕਿ ਤੁਸੀਂ ਇਹਨੂੰ ਨਾ ਲੈ ਕੇ ਜਾਓ, ਅਸੀਂ ਪੇਸ਼ ਕਰ ਦਾਂਗੇ, ਪੁਲਿਸ ਨੇ ਨਹੀਂ ਮੰਨੀ, ਜ਼ਬਰਦਸਤੀ ਚੱਕ ਕੇ ਲੈ ਗਏ। ਪਿਛਲੇ ਵਾਰ ਇਕੱਠ ਹੋ ਗਿਆ, ਇਤਕੀ ਉਦੋਂ ਜ਼ਿਆਦਾ ਇਕੱਠ ਹੋ ਗਿਆ, ਲੋਕਾਂ ਦੇ ਵਿੱਚ ਮੂਵਮੈਂਟ ਬਣ ਗਈ ਓਵਰਆਲ ਪਿੰਡਾਂ ਦੇ ਵਿੱਚ। ਪਰਮਿੰਦਰ ਸਿੰਘ ਝੋਟਾ ਇੱਕ ਨਸ਼ਾ ਛਡਾਊ ਟੀਮ ਦਾ ਸਿੰਬਲ ਬਣ ਗਿਆ, ਬਿਲਕੁਲ, ਮਤਲਬ ਕਿ ਲੋਕਾਂ ਦੇ ਦਿਮਾਗਾਂ ਦੇ ਵਿੱਚ। ਪੁਲਿਸ ਦੇ ਜੋ ਮਰਜ਼ੀ ਨੇ, ਪੁਲਿਸ ਨੇ ਕੰਟਰਾਡਿਕਟਰੀ ਅਪਰੋਚ ਲੈਣ ਦੀ ਬਹੁਤ ਟਰਾਈ ਕੀਤੀ, ਲੋਕਾਂ ਦੀ ਪਲਸ ਨਹੀਂ ਦੇਖੀ ਕਿ ਲੋਕ ਕਿੰਨੇ ਤਪੇ ਹੋਏ ਨੇ। ਕੱਲਾ ਨਾ ਕੇਵਲ ਨਾਨਕ ਸਿੰਘ SSP ਨੇ, ਬਲਕਿ SPS ਪਰਮਾਰ ਨੇ DGP ਬਠਿੰਡਾ ਆ ਕੇ ਕੀਤੀ, ਤੇ ਉਹ ਕਹਿੰਦੇ ਵੀ ਨਹੀਂ, ਹਰ ਇੱਕ ਨੂੰ ਹੱਕ ਨਹੀਂ ਦਿੱਤਾ ਜਾ ਸਕਦਾ, ਅਸੀਂ ਕਿਉਂ ਨਹੀਂ ਕਰ ਰਹੇ, ਅਸੀਂ ਇੰਨੀ ਡਰੱਗ ਫੜ ਲਈ, ਇੰਨੇ ਬੰਦੇ ਫੜ ਲਏ, ਫੜਾਨਾ। ਉਹ ਭਾਈ ਸਾਹਿਬ ਵੀ ਕੋਈ ਨਹੀਂ ਕਹਿੰਦਾ ਇੰਨੀ ਡਰੱਗ ਫੜ ਲਈ ਨਾ ਫੜ ਲਈ, ਉਹ ਫੜ ਲਈ ਹੋਊਗੀ, ਇਹਨੂੰ ਕੋਈ ਨਹੀਂ ਕਹਿੰਦਾ।
ਜਿਹੜੇ ਬੰਦਿਆਂ ਨੂੰ ਲੋਕ ਕਹਿੰਦੇ ਨੇ ਕਿ ਆਹ ਵੇਚ ਰਿਹਾ ਹੈ, ਇਸ ਟਾਈਮ ਵੇਚ ਰਿਹਾ ਹੈ, ਜੇ ਉਹ ਕਿਉਂ ਨਹੀਂ ਫੜਿਆ ਜਾਂਦਾ? ਲੋਕਾਂ ਦਾ ਤਾਂ ਇਹ ਗੱਲ ਹੁੰਦੀ ਹੈ ਨਾ, ਸਾਨੂੰ ਪਤਾ ਵੀ ਆਹ ਕਿਉਂ ਨਹੀਂ। ਦੂਜੀ ਗੱਲ ਉਹ ਕਹਿੰਦੇ ਨੇ ਜਿਹਨਾਂ ਨੂੰ ਅਸੀਂ ਕਹਿੰਦੇ ਵੀ ਆਹ ਬੰਦੇ ਵੇਚ ਰਹੇ ਨੇ, ਫੜ ਕੇ ਵੀ ਫੜਾ ਦਿੰਨੇ ਆ, ਉਹ ਛੁੱਟ ਕਿਵੇਂ ਜਾਂਦੇ ਨੇ? ਤੇ ਤੀਜੀ ਗੱਲ ਇਹ ਹੈ ਕਿ ਜੇ ਲੋਕ ਗੁਪਤ ਤੌਰ ਤੇ ਦੱਸਦੇ ਨੇ, ਤੁਸੀਂ ਕੋਈ ਨਾ ਕੁਝ ਵੱਡੇ ਉਹਦੇ ਮਾਮਲੇ 'ਚ, ਤਾਂ ਉਹਦੇ ਕੋਲ ਉਹਨਾਂ ਲੋਕਾਂ ਦਾ ਨਾਮ ਕਿਵੇਂ ਪਹੁੰਚ ਜਾਂਦਾ ਤੁਰੰਤ? ਉਹ ਤਾਂ ਤੁਹਾਨੂੰ ਦੱਸਣ ਆਏ ਸੀ। ਕੁਝ ਸਵਾਲ ਨੇ ਪੁਲਿਸ ਦੇ ਜਿਹੜੀ ਕਾਰਗੁਜ਼ਾਰੀ ਤੇ ਲੋਕਾਂ ਦੇ ਨਾ, ਉਹਨਾਂ ਦੇ ਜਵਾਬ ਲੋਕ ਮੰਗਦੇ ਨੇ, ਤੇ ਜਵਾਬ ਨਹੀਂ ਦਿਓਗੇ। ਪੰਜਾਬ ਦੇ ਵਿੱਚ ਇੱਕ ਹੁਣ ਵਰਤਾਰਾ ਨਾ ਬਦਲਿਆ ਹੋਇਆ। ਮੈਨੂੰ ਇਹ ਲੱਗਦਾ ਕਿ ਕਿਸਾਨ ਅੰਦੋਲਨ ਦੀ ਹੋਰ ਕੋਈ ਪ੍ਰਾਪਤੀ ਹੋਵੇ ਨਾ ਹੋਵੇ, 3 ਕਾਨੂੰਨ ਸੀਗੇ ਹੀ, ਪਰ ਇੰਨੀ ਕੁ ਅਵੇਅਰਨੈਸ ਲੋਕਾਂ ਨੂੰ ਜ਼ਰੂਰ ਹੈ ਵੀ ਹੁਣ ਨਾ ਮਿਹਨਤ ਤਰਲੇਬਾਜੀ ਕਿਸੇ ਸਰਕਾਰੀ ਅਫਸਰਾਂ ਕੋਲ ਤੁਰੇ ਫਿਰੋ, ਮੰਤਰੀਆਂ ਕੋਲ ਤੁਰੇ ਫਿਰੋ, ਕੁਝ ਨਹੀਂ ਹੋਣਾ। ਇੱਕੋ ਇੱਕ ਤਰੀਕਾ ਲੜਨਾ ਪਏਗਾ, ਚਾਹੇ ਉਹ ਜੀਰੇ ਬੈਠ ਜਾਓ, ਚਾਹੇ ਉਹ ਮੱਤੇਵਾੜੇ ਦੇ ਮਾਮਲੇ 'ਚ ਬੈਠ ਜਾਓ, ਬਿਲਕੁਲ, ਚਾਹੇ ਉਹ ਇੱਥੇ ਬੈਠ ਜਾਓ, ਚਾਹੇ ਉਹ ਮਾਨਸਾ ਬੈਠ ਜਾਓ, ਬਿਲਕੁਲ, ਫਿਰ ਸਟੇਟ ਆਪਣੇ ਆਪ ਆਏਗੀ। ਔਰ ਇਹ ਇੱਕ ਪੋਜ਼ਿਟਿਵ ਸਾਈਨ ਹੈ ਬਹੁਤ ਵੱਡਾ ਕਿ ਲੋਕ ਆਪਣੀ ਜੰਗ ਆਪ ਲੜਨ ਦੇ ਲਈ ਤਿਆਰ ਹੋਏ ਨੇ ਬੇਹੱਦ। ਔਰ ਤੁਸੀਂ ਇਹ ਕਹਿਣ ਲੱਗੇ ਫਟਾਫਟ ਚੱਕ ਕੇ, ਪਹਿਲਾਂ ਉੱਤੇ 303(7) ਦਾ ਪਰਚਾ ਸੀ, ਫਿਰ ਤੁਸੀਂ ਲੋਕਾਂ ਦੀ ਕਚਹਿਰੀ 'ਚ ਕਿਹਾ ਸੀ ਵਾਪਸ ਲਵਾਂਗੇ ਜੀ, ਫਿਰ ਇੱਕ ਪਰਚਾ ਹੋਰ ਦਰਜ ਕਰਾਇਆ, ਉਹ ਔਰਤ ਮੁੱਕਰ ਗਈ ਜਿਹਨੂੰ ਕਰਾਇਆ ਮੇਰੇ ਤੋਂ ਜ਼ਬਰਦਸਤ। ਪੁਲਿਸ ਐਂ ਜ਼ਬਰਦਸਤੀ ਕਰਾ ਰਹੀ ਹੈ ਜੇਕਰ ਚੀਜ਼ਾਂ ਨੂੰ, ਤੇ ਉਹ ਕੋਈ ਗੱਲ ਨਹੀਂ ਲੱਗਦੀ ਮਤਲਬ ਲੋਕਾਂ ਦੇ ਦਿਮਾਗਾਂ 'ਚ। ਲੋਕਾਂ ਨੂੰ ਇਹ ਲੱਗਦਾ ਕਿ ਤੁਸੀਂ ਉਹਨਾਂ ਬੰਦਿਆਂ ਦੀ ਜ਼ੁਬਾਨ ਬੰਦ ਕਰ ਰਹੇ ਹੋ ਜਿਹੜੇ ਬੰਦੇ ਇਸ ਗੱਲ ਲਈ ਮੂਹਰੇ ਆ ਰਹੇ ਨੇ। ਹਾਂ, ਇੱਕ ਗੱਲ ਇਹ ਜ਼ਰੂਰ ਹੈ, ਕਈ ਲੋਕ ਚੱਲਦੇ ਨੇ ਬਹੁਤ ਚੰਗੇ ਕਾਜ ਲਈ ਚੱਲਦੇ ਨੇ, ਚਾਹੇ ਪਰਮਿੰਦਰ ਝੋਟਾ ਵੀ ਉਹਨਾਂ 'ਚੋਂ ਇੱਕ ਹੋਵੇ। ਜੇ ਉਹਨਾਂ ਨੂੰ, ਜੇ ਉਹ ਆਪਣਾ ਮੈਥਡ ਵੀ ਪ੍ਰੋਪਰ ਰੱਖਣ, ਢੰਗ ਤਰੀਕਾ ਵੀ ਕਰਨ ਦਾ ਰੱਖਣ, ਜਿਹੜਾ ਕੁੱਟਮਾਰ ਦਾ ਜਾਂ ਬਾਕੀ ਦਾ ਸਿਖਾਉਂਦਾ ਹੈ, ਇਹਦੀ ਗੁਰੇਜ਼ ਕਰਕੇ ਆ ਪਬਲਿਕ ਮੋਬਿਲਾਈਜੇਸ਼ਨ ਦਾ ਰੱਖਣ ਕਿ ਇਸ ਤਰੀਕੇ ਨਾਲ ਕਰਨਾ, ਸ਼ਾਇਦ ਉਹ ਉਹਨਾਂ ਨੂੰ ਮੌਕਾ ਘੱਟ ਦਿੰਦਾ ਬਾਕੀ ਵਿਰੋਧੀ ਨੂੰ ਜਿਹੜਾ ਵੀ ਆਹ ਕੰਮ ਕਰਨਾ। ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ। ਉਹ ਲੰਬੀ ਚੱਲਦੀ ਆ ਮੂਵਮੈਂਟ, ਫਿਰ ਨਹੀਂ ਤਾਂ ਫਿਰ ਚਲੋ ਉਹ ਖੜ ਜਾਂਦੀਆਂ ਨੇ ਮੂਵਮੈਂਟਾਂ ਜਿੱਥੇ ਵੀ ਹੁੰਦੀਆਂ ਨੇ। ਆਪਾਂ ਕਈ ਕੇਸਾਂ 'ਚ ਦੇਖ ਰਹੇ ਹਾਂ, ਚਾਹੇ ਡੀਐਸਪੀ ਬਲਵਿੰਦਰ ਜਿਹੜਾ ਸੇਖੋਂ ਵਾਲਾ ਮਾਮਲਾ ਸੀ, ਕਿੰਨੇ ਮਾਮਲਾ ਤਾਂ ਉਹ ਵੀ ਸਹੀ ਸੀ, ਤੇ ਉਹ ਵੀ ਨਸ਼ੇ ਦੇ ਇਹੀ ਕਹਿ ਰਿਹਾ ਸੀ ਨਾ ਭਾਈ, ਜਿਨ੍ਹਾਂ ਨੇ ਬਕਾਇਆ ਬਹਾਨਾ ਦਿੱਤਾ ਗਿਆ, ਤੇ ਉਹਦੇ ਨਾਲ ਇਹ ਗੱਲ ਹੋ ਗਈ ਹੈ। ਇਸ ਕਰਕੇ ਜਿਹੜੇ ਵੀ ਸੱਜਣ, ਜਿਹੜੇ ਠੀਕ ਹੈ ਕਿ ਉਹਨਾਂ 'ਚ ਦਲੇਰੀ ਹੁੰਦੀ ਹੈ, ਦਲੇਰੀ ਹੋਣੀ ਵੀ ਚਾਹੀਦੀ ਹੈ, ਪਰ ਦਲੇਰੀ ਦਾ ਮਤਲਬ ਗਾਲਾਂ ਕੱਢਣਾ ਹੀ ਨਹੀਂ ਹੁੰਦਾ ਜਾਂ ਕੁੱਟਮਾਰ ਨਹੀਂ ਹੁੰਦਾ। ਦਲੇਰੀ ਦਾ ਮਤਲਬ ਪਬਲਿਕ ਨੂੰ ਲਿਆ ਕੇ ਅਸਾਲਟ ਕਰਕੇ ਆਪਣੀ ਗੱਲ ਕਹਿਣ 'ਚ ਹੁੰਦਾ, ਔਰ ਉਹ ਗੱਲ ਦਾ ਧਿਆਨ ਰੱਖਣਾ ਚਾਹੀਦਾ। ਪਰ ਪੁਲਿਸ ਨੂੰ ਤੇ ਖਾਸ ਤੌਰ ਤੇ ਚੀਫ ਮਿਨਿਸਟਰ ਨੂੰ, ਉਹਨੂੰ ਜ਼ਰੂਰ ਕਿ ਲੋਕ ਤਪੇ ਪਏ ਨੇ, ਇਹ ਬਹੁਤ ਸੀਰੀਅਸ ਸਮੱਸਿਆਵਾਂ ਨੇ, ਡਰੱਗ ਦੀ ਸਮੱਸਿਆ ਹੈ ਬੇਸਿਕਲੀ। ਹੁਣ ਵੀ ਨਾਨਕ ਸਿੰਘ ਜਦੋਂ ਆ ਗਏ ਉੱਥੇ ਧਰਨੇ 'ਚ ਆ ਕੇ ਕਿ ਅਸੀਂ ਪਰਮਿੰਦਰ ਝੋਟੇ ਦੇ ਮਾਮਲੇ ਦੇ ਵਿੱਚ ਨਾ ਪੋਜ਼ਿਟਿਵਲੀ ਸੋਚਾਂਗੇ ਤੇ ਕੋਈ ਕਾਰਵਾਈ ਕਰਾਂਗੇ, ਉਹ ਤਾਂ ਤੁਸੀਂ ਇਹੀ ਕਹਿ ਰਹੇ ਹੋ, ਇਕੱਠ ਨੂੰ ਯਕੀਨ ਦਿਵਾ ਰਹੇ ਹੋ ਵੀ ਉਹਨੂੰ ਅਸੀਂ ਕੇਸ ਕੂਸ ਵਿਡਰਾ ਕਰਕੇ ਜਾਂ ਜੋ ਵੀ ਛੱਡ ਵੀ ਸਕਦੇ ਹਾਂ ਨਾ, ਛੱਡ ਸਕਦੇ। ਮਾਮਲਾ ਕੱਲੇ ਪਰਮਿੰਦਰ ਝੋਟੇ ਦਾ ਨਹੀਂ, 35 ਪਰਮਿੰਦਰ ਝੋਟੇ ਹੋਰ ਪੈਦਾ ਹੋ ਜਾਣਗੇ ਫਿਰ, ਜੇਕਰ ਉਹ ਬੇਸਿਕ ਚੀਜ਼ ਨਹੀਂ ਐਡਰੈਸ ਕਰਦੇ। ਤੁਹਾਡੇ ਕੋਲ ਡਰੱਗ ਦਾ ਮਾਮਲਾ ਕਿ ਪਹਿਲੀ ਗੱਲ, ਪੰਜਾਬ ਸਰਕਾਰ ਕੋਲ ਡਰੱਗ ਨਾਲ ਨੇੜਾ ਕਰਨ ਦੇ ਲਈ ਕੋਈ ਪਾਲਿਸੀ ਨਹੀਂ ਹੈ, ਇਹ ਕੇਵਲ ਪੁਲਿਸ ਦਾ ਮਾਮਲਾ ਨਹੀਂ। ਦੂਜੀ ਗੱਲ, ਇਹ ਕੇਵਲ ਤੇ ਕੇਵਲ ਜਿਹੜੇ ਖਾਂਦੇ ਬੰਦੇ ਨੇ ਉਹਨਾਂ ਨੂੰ ਅੰਦਰ ਕਰਕੇ ਉਹਨਾਂ ਤੇ FIR ਦਰਜ ਕਰਨ ਦਾ ਮਾਮਲਾ ਨਹੀਂ, ਉਹ ਪੀੜਤ ਨੇ, ਉਹ ਮਤਲਬ ਵਿਕਟਮ ਨੇ, ਬਲੇਮ ਦਾ ਵਿਕਟਮ ਤੁਸੀਂ ਉਹਨਾਂ ਨੂੰ ਫੜ ਫੜ ਕੇ ਕਰੀ ਜਾਓਗੇ ਜਿੰਨਾ ਚਿਰ ਉਹ ਵੱਡਾ ਨੈਕਸਸ ਤੱਕ ਤੁਸੀਂ ਜਾਂਦੇ ਨਹੀਂ, ਬਲਕਿ ਉਹਨਾਂ ਨੂੰ ਤਾਂ ਮਰੀਜ਼ ਦੇ ਤੌਰ ਤੇ ਟ੍ਰੀਟ ਕਰਨ ਦੀ ਲੋੜ ਪਊਗੀ ਜਿਵੇਂ ਦੁਨੀਆ ਨੇ ਕੀਤਾ ਵੱਖ-ਵੱਖ ਥਾਵਾਂ ਦੇ ਉੱਤੇ, ਔਰ ਉਹਨਾਂ ਨੂੰ ਹੱਲਾਸ਼ੇਰੀ ਦੇਣਾ, ਉਹਨੂੰ ਰੀਹੈਬਿਲਿਟੇਟ ਕਰਨਾ, ਮੁੜ ਸੇਵਾ ਕਰਕੇ ਸੁਸਾਇਟੀ 'ਚ ਉਹਦਾ ਮਾਨ-ਤਾਨ ਬਹਾਲ ਕਰਨਾ, ਤੇ ਇਹ ਸਾਰਾ ਮਾਮਲਾ ਤਾਂ ਕਰਨਾ ਹੀ ਪਏਗਾ। ਉਹ ਚੇਨ ਬ੍ਰੇਕ ਕਰਨਾ ਪੁਲਿਸ ਦਾ ਕੰਮ ਹੈਗਾ, ਪਰ ਇਦੋਂ ਅੱਗੇ ਜਿਹੜਾ ਹੈਲਥ ਡਿਪਾਰਟਮੈਂਟ ਦਾ ਕੰਮ ਹੈ, ਜਿਹੜਾ ਸਾਈਕੋਲੋਜਿਸਟਾਂ ਦਾ ਕੰਮ ਹੈ, ਜਿਹੜਾ ਮਨੋ ਵਿਗਿਆਨੀਆਂ ਦਾ ਤੇ ਬਾਕੀ ਲੋਕਾਂ ਦੇ ਕੰਮ ਨੇ, ਉਹਦੇ 'ਚ ਵੀ ਇੱਕ ਇੰਟਰ ਡਿਪਾਰਟਮੈਂਟਲ ਕਮੇਟੀਆਂ ਹੁੰਦੀਆਂ ਨੇ ਜਿਹੜੀਆਂ ਰਲ ਕੇ ਸਟ੍ਰੈਟਜੀ ਬਣਾਉਂਦੀਆਂ ਨੇ, ਔਰ ਉਹ ਬਣਾਉਣ ਦਾ ਸਵਾਲ ਹੈ। ਇੱਕ ਡੀਕ੍ਰਿਮੀਨਲਾਈਜ਼ ਕਰਨ ਦਾ ਸਵਾਲ ਹੈ, ਜਿਹੜਾ ਐਡਿਕਟ ਹੈਗਾ ਉਸ ਸਾਰੇ ਮਾਮਲੇ ਨੂੰ, ਮਤਲਬ ਉਸ ਪੱਧਰ ਦੇ ਉੱਤੇ ਅਜੇ ਡਿਬੇਟ ਨਹੀਂ ਗਈ, ਨਹੀਂ ਹੈਗੀ ਅਜੇ ਇੱਥੇ ਗਈ। ਤਾਂ ਜੇ ਆਪਾਂ ਦੇਖੀਏ ਕਿ 2017 ਦੀਆਂ ਜਦੋਂ ਚੋਣਾਂ ਹੋਈਆਂ ਸੀਗੀਆਂ ਤਾਂ ਇਹ ਮਸਲਾ ਬਹੁਤ ਫੋਕਸ ਤੇ ਸੀਗਾ, ਤੇ ਆਮ ਆਦਮੀ ਪਾਰਟੀ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਕੁਅਰ ਕਰਕੇ ਥਾਂ-ਥਾਂ ਤੇ ਪੋਸਟਰ ਵੀ ਲਗਾਏ ਕਿ ਮੈਂ ਬਿਕਰਮ ਮਜੀਠੀਆ ਚਿੱਟੇ ਦਾ ਤਸਕਰ ਜਾਂ ਜੋ ਵੀ, ਤਾਂ ਉਸ ਤੋਂ ਬਾਅਦ ਡੈਫਾਮੇਸ਼ਨ ਹੋਈ, ਉਹ ਸਾਰਾ ਆਪਾਂ ਨੂੰ ਪਤਾ ਹੈਗਾ। ਤੇ 2022 ਦੀਆਂ ਚੋਣਾਂ ਦੇ ਵਿੱਚ ਵੀ ਇੱਕ ਅਹਿਮ ਮੁੱਦਾ ਸੀ, ਪਰ ਉਸ ਸਾਰੇ ਦੇ ਬਾਵਜੂਦ ਆਮ ਆਦਮੀ ਪਾਰਟੀ ਕੋਲ ਇੱਕ ਨਹੀਂ ਬਰੂਟ ਮੈਚੋਰਿਟੀ ਹੈਗੀ ਹੈ, ਤਾਂ ਇਹ ਇੱਕ ਮੋਰਲ ਕੰਪਸ ਦੇ ਨਾਲ ਪਾਰਟੀ ਆਈ ਸੀ ਕਿ ਨਸ਼ਾ ਅਸੀਂ ਖਤਮ ਕਰਾਂਗੇ। ਤਾਂ ਹੁਣ ਇਹ ਨਸ਼ਾ ਫਿਰ ਇੱਕ ਪ੍ਰੀਵੈਲੈਂਟ ਤੌਰ ਤੇ ਜਿੰਨੇ ਵੀ ਆਈ ਵਿਟਨੈਸ ਅਕਾਊਂਟ ਨੇ, ਜੋ ਲੋਕ ਆ ਰਹੇ ਆ ਕਿ ਨਸ਼ਾ ਜੀ ਉਸ ਤੋਂ ਵੱਧ ਹੋ ਗਿਆ, ਭਾਵੇਂ ਇਹਦਾ ਕੋਈ ਡੇਟਾ ਨਹੀਂ ਹੈਗਾ, ਪਰ ਲੋਕਾਂ ਦੀ ਆਮ ਪਰਸੈਪਸ਼ਨ ਹੈ। ਤਾਂ ਇਹਦੇ ਵਿੱਚ ਹੁਣ ਕਸਰ ਕਿੱਥੇ ਹੈ? ਕਸਰ ਸਰਕਾਰ ਦੀ ਇੱਛਾ ਸ਼ਕਤੀ ਤੇ ਹੈ, ਜਾਂ ਪੁਲਿਸ ਹੀ ਇੰਨੀ ਜ਼ਿਆਦਾ ਪਾਵਰਫੁਲ ਹੈ, ਜਾਂ ਨਸ਼ਾ ਤਸਕਰ ਇੰਨੇ ਜ਼ਿਆਦਾ ਪਾਵਰਫੁਲ ਨੇ ਕਿ ਸਰਕਾਰ ਦੀ ਚੱਲਣ ਨਹੀਂ ਦਿੰਦੇ? ਨਹੀਂ, ਮੈਨੂੰ ਲੱਗਦਾ ਸਰਕਾਰ ਤਾਂ ਕੇਵਲ
ਪ੍ਰਚਾਰ ਮੁਹਿੰਮ ਵਾਲੀ ਸਰਕਾਰ ਹੈ, ਐਕਸ਼ਨ ਕਿਤੇ ਦਿਖਾਈ ਨਹੀਂ ਦਿੰਦਾ। ਐਕਸ਼ਨ ਤੁਹਾਨੂੰ ਫਿਰ ਅਫਸਰਾਂ ਖਿਲਾਫ ਵੀ ਕਰਨਾ ਪਏਗਾ, ਜੇ ਪੁਲਿਸ ਕੋਈ ਕਰਦੀ ਹੈ ਤਾਂ ਉਹਦੇ ਖਿਲਾਫ ਵੀ, ਜਿਹੜਾ ਵੀ ਕਰਦਾ ਉਹਦੇ ਖਿਲਾਫ ਕਰਨਾ ਪੈਂਦਾ ਹੁੰਦਾ। ਸਭ ਤੋਂ ਪਹਿਲੀ ਗੱਲ ਹੁੰਦੀ ਹੈ ਮਾਈਂਡ ਅਪਲਾਈ ਕਰਨਾ। ਜੀ ਕਰੋਗੇ ਕਿਵੇਂ ਪ੍ਰਚਾਰ ਨਾਲ ਲਈ? ਪਹਿਲਾਂ ਉਹ ਮੰਥਨ ਕਰੋ, 2 ਮਹੀਨੇ ਬੈਠੋ, ਸਾਰੇ ਲੋਕਾਂ ਨੂੰ ਬੁਲਾਓ ਜਿਹੜੇ ਉਹਦੇ ਨਾਲ ਕੰਸਰਨ ਨੇ, ਉਹਦੇ ਤੋਂ ਲੱਗੋ, ਜੋ ਉਹ ਕਹਿੰਦੇ ਨੇ ਉਸ ਲੈਵਲ ਦਾ ਐਕਸ਼ਨ ਕਰੋ। ਜਾਂ ਕਦੇ ਕਦੇ ਐਕਸ਼ਨ ਕਰਦੀ ਵੀ ਹੈ ਸਰਕਾਰ ਦਾ ਚੱਲਣ ਹੀ ਇਹੋ ਜਿਹਾ ਹੋ ਗਿਆ ਕਿ ਇੱਕ ਵਾਰ ਬੰਦਾ ਫੜਿਆ, ਫੜ ਕੇ ਵਾਹਵਾ ਕੀਤੀ, ਮੁੜ ਕੇ ਪਤਾ ਹੀ ਨਹੀਂ ਉਹਦਾ, ਨਾ ਚਲਾਨ ਪੇਸ਼ ਕਰੋ, ਨਾ ਕਿੱਥੇ ਹੈ, ਜਿੱਥੇ ਜਾਂਦਾ ਜਾਣ ਦਿਓ। ਮਤਲਬ ਤੁਸੀਂ ਇੱਕ ਵਾਰ ਦਿਖਾਉਂਦੇ ਹੋ, ਟ੍ਰਾਇਲ ਹੋ ਗਿਆ, ਬਾਕੀ ਚੀਜ਼ਾਂ ਹੋ ਗਈਆਂ, ਬਾਕੀ ਉੱਥੇ ਹੀ ਖੜਦੀਆਂ ਨੇ ਸਾਰੀਆਂ। ਇਹਦੇ ਲਈ ਜਿਸ ਲੈਵਲ ਦੀ ਸੀਰੀਅਸ ਅਪਰੋਚ ਚਾਹੀਦੀ ਹੈ ਉਹ ਨਹੀਂ। ਬਲੇਮ ਗੇਮ ਇੱਕ ਅਲੱਗ, ਹਰ ਪਾਰਟੀ ਇੱਕ ਦੂਜੇ ਤੇ ਲਾਉਂਦੀ ਹੈ, ਹਰ ਬੰਦਾ ਇੱਕ ਦੂਜੇ ਤੇ ਲਾਉਂਦਾ, ਉਹ ਇੱਕ ਅਲੱਗ ਪਹਿਲੂ ਨੇ। ਅਜੇ ਤੱਕ ਜਾਂਚ ਜਿਹੜੀ ਹੈ, ਰਾਜੀਤ ਨੂੰ ਕਾਹਦੇ ਲਈ ਨਹੀਂ ਫੜਿਆ ਗਿਆ? ਕਿੱਡਾ ਕ ਅਫਸਰ ਹੈ ਉਹ, ਮਿਡਲ ਰੰਗ ਦਾ ਅਫਸਰ ਹੈ ਨਾ, ਵੱਡਾ ਅਫਸਰ ਨਹੀਂ ਹੈ। ਤੇ ਉਹਨੂੰ ਹਾਈ ਕੋਰਟ ਤੋਂ ਵੀ ਉਹਦੀ ਰਿਜੈਕਟ ਹੋ ਗਈ ਹੈ ਬੇਲ, ਤੇ ਉਹਨੂੰ ਸਾਰੇ ਮੌਕੇ ਦੇ ਰਹੇ ਹੋ ਜਿੱਥੇ ਤੱਕ ਮਰਜ਼ੀ। ਉਹ ਕਿਹੜਾ ਅਸਮਾਨ ਨਿਕਲ ਗਿਆ ਤੇ ਜਾਂ ਜ਼ਮੀਨ ਆ ਗਈ ਜਾਂ ਕੀ ਹੋ ਗਿਆ? ਬੰਦਾ ਤਾਂ ਇੱਥੇ ਹੋਏਗਾ, ਤੁਹਾਡੀ ਕਾਬਲੀਅਤ ਦਿਖਾਈ ਦਿੰਦੀ ਹੈ। ਚੀਫ ਮਿਨਿਸਟਰ ਨਹੀਂ ਪੁਲਿਸ ਨੂੰ ਕਹਿ ਰਿਹਾ ਵੀ ਭਾਈ ਇਹ ਕਿੱਥੇ ਗਿਆ ਬੰਦਾ, ਤੁਹਾਡਾ ਹੀ ਹੈ, ਕਿਉਂ ਨਹੀਂ ਫੜਿਆ ਜਾ ਸਕਦਾ ਬੰਦਾ, ਕਿਉਂ ਨਹੀਂ ਫੜਿਆ ਗਿਆ? ਇਹ ਗੱਲਾਂ ਨਾ ਭਰੋਸਾ ਘਟਾਉਂਦੀਆਂ ਨੇ ਲੋਕਾਂ ਦਾ, ਕਿ ਪਿਕ ਐਂਡ ਚੂਜ਼ ਕਰਦੇ ਹੋ ਤੁਸੀਂ। ਕਿਸੇ ਖਿਲਾਫ ਤਾਂ ਫਟ ਜਾ ਕੇ ਰਾਤ ਨੂੰ ਚੱਕ ਲਓ, ਦੂਜੇ ਬੰਦੇ ਨੂੰ ਕਰੋ। ਕਿਉਂ? ਹੋ ਸਕਦਾ ਰਾਜਜੀਤ ਦੇ ਪਿੱਛੇ ਉਹ ਐਡਾ ਕਿ ਇੱਕ ਮੋਹਰਾ ਹੋ ਸਕਦਾ, ਬਹੁਤ ਵੱਡੇ ਬੰਦੇ ਹੋਣ, ਪੁਲਿਸ ਅਫਸਰਾਂ ਦੇ ਰੂਪ ਦੇ ਵਿੱਚ ਵੀ ਬਹੁਤ ਟੌਪ ਦੇ ਬੰਦੇ ਹੋਣ, ਹੋਰ ਪੋਲਿਟਿਕਸ ਦੇ ਵਿੱਚੋਂ ਵੀ ਕੋਈ ਟੌਪ ਦੇ ਬੰਦੇ ਹੋਣ। ਟੌਪ ਤੱਕ ਜਾਣ ਦੀ ਜਿਹੜੀ ਇੱਕ ਸਾਡੀ ਜ਼ਰੂਰਤ ਹੁੰਦੀ ਹੈ, ਤੇ ਤੁਸੀਂ ਹਰ ਕਮਿਟਮੈਂਟ ਹੁੰਦੀ ਹੈ, ਪ੍ਰਤੀਬੱਧਤਾ ਕਿ ਮੈਂ ਇਹ ਕਰਨਾ ਹੈ, ਉੱਥੇ ਤੱਕ ਦੀ ਦਿਖਾਈ ਨਹੀਂ ਦਿੰਦੀ। ਔਰ ਇਸੇ ਕਰਕੇ ਤਾਂ ਫਿਰ ਤੁਸੀਂ ਬਾਕੀਆਂ ਨੂੰ ਕਦੇ ਨੂੰ ਕਿਸੇ ਨੂੰ ਹੱਥ ਪਾਉਣ ਲਈ ਤਿਆਰ ਹੀ ਨਹੀਂ ਹੋ, ਹੋਰ ਬੰਦਿਆਂ ਨੂੰ ਕਿਸੇ ਨੂੰ। ਇਹ ਇੱਕ ਬਹੁਤ ਬੜਾ ਕੁਐਸਚਨ ਸਾਡੇ ਸਾਹਮਣੇ ਹੈ। ਵੈਸੇ ਤਾਂ ਇਹ ਇਕੱਲੀ ਪਾਰਟੀ ਦਾ ਨਹੀਂ, ਆਲ ਪਾਰਟੀ ਜਥੇਬੰਦੀਆਂ ਸਭ ਨੂੰ ਸਿਰ ਜੋੜ ਕੇ, ਕਿਉਂਕਿ ਪੂਰੇ ਪੰਜਾਬ ਦੀ ਟ੍ਰੈਜਡੀ ਹੈ, ਉਹਨੂੰ ਸਾਂਝੇ ਤੌਰ ਤੇ ਐਡਰੈਸ ਕਰਨਾ ਚਾਹੀਦਾ। ਸਾਂਝੇ ਤੌਰ ਤੇ ਅਸੀਂ ਐਡਰੈਸ ਨਹੀਂ ਕਰ ਰਹੇ, ਇਹਦੇ ਚ ਵੀ ਜਾਂ ਤੁਹਾਡੀ ਬੌਧਿਕ ਕਮਜ਼ੋਰੀ ਹੈ, ਜਾਂ ਜਾਣਬੁੱਝ ਕੇ ਕੇਵਲ ਇਹਦੇ ਤੇ ਤੁਸੀਂ ਪੋਲਿਟਿਕਸ ਕਰਨਾ ਚਾਹੁੰਦੇ ਹੋ, ਤਾਂ ਨਹੀਂ ਹੋ ਰਹੀ। ਜੇ ਸੁਹਿਰਦਤਾ ਹੋਵੇ ਤਾਂ ਤੁਸੀਂ ਕਿਸੇ 1-2 ਮਾਮਲਿਆਂ ਤੇ ਬੈਠੋ, ਸਾਂਝੇ ਤੌਰ ਤੇ ਇਕੱਠੇ ਹੋਵੋ ਔਰ ਉਹਦੇ ਤੇ ਇੱਕ ਰਾਏ ਬਣਾਓ, ਤੇ ਨਹੀਂ ਤਾਂ ਬਾਕੀ ਚੀਜ਼ਾਂ ਦੇ ਉੱਤੇ ਤੁਸੀਂ ਠੀਕ ਹੈ ਬਖਰੇਵੇਂ ਰੱਖੋ, ਪੋਲਿਟਿਕਸ ਕਰੋ ਆਪੋ ਆਪਣੇ। ਇਹਨਾਂ ਗੱਲਾਂ ਤੋਂ ਘੱਟੋ ਘੱਟ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ। ਫਿਰ ਲਾਸਟ ਸਵਾਲ ਹੈ, ਮਤਲਬ ਕਿ ਜਦੋਂ ਆਪਾਂ ਦੇਖਿਆ ਕਿ ਕਿਸਾਨ ਅੰਦੋਲਨ ਤੁਸੀਂ ਰੈਫਰੈਂਸ ਦਿੱਤਾ, ਉਹਦੇ ਵਿੱਚ ਵੀ ਇਹ ਸੀਗਾ ਕਿ ਬਹੁਤ ਸਾਰੇ ਲੋਕਾਂ ਦੀ ਲਾਮਬੰਦੀ ਜਨਤਕ ਜਥੇਬੰਦੀਆਂ ਦੇ ਲੈਵਲ ਤੇ ਹੋਈ, ਪੋਲੀਟੀਕਲ ਪਾਰਟੀਆਂ ਦੀ ਉਸ ਲੈਵਲ ਦੀ ਲਾਮਬੰਦੀ ਨਹੀਂ ਸੀ। ਪਰ ਜਿਹੜਾ ਇਹ ਮਸਲਾ ਹੈਗਾ ਆ, ਇਹ ਮਸਲਾ ਵੀ ਇਹਦੇ ਵਿੱਚ ਵੀ ਹੁਣ ਲਾਮਬੰਦੀ ਲੋਕਾਂ ਦੀ ਆਪ ਮੁਹਾਰੇ ਜਾਂ ਜਥੇਬੰਦੀਆਂ ਦੇ ਹਵਾਲੇ ਨਾਲ ਹੋ ਰਹੀ ਹੈ। ਤਾਂ ਤੁਸੀਂ ਕੀ ਸਮਝਦੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਸ਼ੇ ਦਾ ਮੁੱਦਾ ਹੈ, ਉਹ ਹਾਲੇ ਪੋਲੀਟੀਕਲ ਪਾਰਟੀਆਂ ਦੇ ਉਸ ਕਿਸਮ ਦੇ ਫੋਕਸ ਤੇ ਨਹੀਂ ਹੈਗਾ, ਕਾਂਗਰਸ ਦੇ ਵੀ ਉਦਾਂ ਦੇ ਫੋਕਸ ਤੇ ਨਹੀਂ ਹੈਗਾ, ਉਹ ਜ਼ਬਾਨੀ ਕਲਾਮੀ ਗੱਲ ਕਰਦੇ ਨੇ, ਪਰ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਵੱਡੀ ਲਾਮਬੰਦੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ? ਨਹੀਂ, ਬਿਲਕੁਲ ਇਹ ਇਕੱਲਾ ਮਾਨਸਾ ਦਾ ਨਹੀਂ ਹੈ, ਹਰ ਕਿਤੇ ਦਾ ਸਵਾਲ ਹੈ। ਫਰੀਦਕੋਟ ਦੇ ਵਿੱਚ ਤੁਸੀਂ ਦੇਖੋ, ਮੁੰਡਾ ਮਾਰ ਦਿੰਦੇ ਹੋ, ਪਿੰਡ ਦੇ ਵਿੱਚ ਜਾ ਕੇ ਕਮੇਟੀ ਬਣਦੀ ਹੈ ਤੇ ਆ ਕੇ ਤੁਸੀਂ ਗੋਲੀ ਮਾਰ ਕੇ ਬੰਦਾ ਮਾਰ ਦਿੰਦੇ ਹੋ। ਕਿਤੇ ਤਰਨਤਾਰਨ ਦੇ ਵਿੱਚ ਆਪਦੇ ਪਰਿਵਾਰ ਨੂੰ ਮਾਰਦਾ ਬੰਦਾ, ਵੱਖ-ਵੱਖ ਥਾਵਾਂ ਤੇ। ਪੈਨ ਪੰਜਾਬ ਇੱਕ ਗੱਲ ਹੈ, ਜਦੋਂ ਇੱਕ ਜਗ੍ਹਾ ਤੋਂ ਸ਼ੁਰੂ ਹੋਏਗੀ ਤਾਂ ਦੂਜੇ ਜਗ੍ਹਾ ਤੇ, ਔਰ ਇਹਦੇ ਵਿੱਚ ਬਹੁਤ ਵੱਡਾ ਸਕੋਪ ਹੈ ਸਾਰੀਆਂ ਗੱਲਾਂ ਨੂੰ ਲੈ ਕੇ। ਨਸ਼ਾ ਵੀ ਉੱਡਾ ਹੀ ਵੱਡਾ ਮੁੱਦਾ ਹੈ, ਸੁਸਾਈਡ ਜਾਂ ਕਰਜ਼ੇ ਦੇ ਜਿਹੜੇ ਕੁਐਸਚਨ ਨੇ ਕਿਸਾਨਾਂ ਤੇ, ਉਹਨਾਂ 'ਚ ਉੱਡਾ ਹੀ ਮੁੱਦਾ ਹੈ। ਪਾਣੀ ਉੱਡਾ ਹੀ ਵੱਡਾ ਮੁੱਦਾ ਹੈ, ਜਿਹੜਾ ਇਕੱਲਾ ਪਾਣੀ ਜੀਰੇ ਦਾ ਖਰਾਬ ਨਹੀਂ ਹੋਇਆ, ਬਾਕੀ ਜਗ੍ਹਾ ਕੁਝ ਮੇਜਰ ਬੇਸਿਕ ਮੁੱਦੇ ਨੇ ਪੰਜਾਬ ਦੇ, ਜਿਨ੍ਹਾਂ ਤੇ ਇੱਕ ਪੂਰੇ ਪੈਨ ਪੰਜਾਬ ਬਹੁਤ ਵੱਡੀ ਮੂਵਮੈਂਟ ਦੀ ਦਰਕਾਰ ਹੈ, ਤੇ ਮੂਵਮੈਂਟ ਬਣ ਵੀ ਸਕਦੀ ਹੈ, ਕਿਉਂਕਿ ਲੋਕ ਤੜਫੇ ਪਏ ਨੇ। ਲੋਕਾਂ ਨੂੰ ਪੋਲੀਟੀਕਲ ਪਾਰਟੀਆਂ ਤੋਂ ਤੇ ਗਵਰਨੈਂਸ ਤੋਂ ਭਰੋਸਾ ਉੱਠ ਚੁੱਕਿਆ। ਭਰੋਸਾ ਨਹੀਂ ਹੈ, ਤੁਸੀਂ ਕਿਸੇ ਨਾਲ ਵੀ ਜਾ ਕੇ ਗੱਲ ਕਰੋ, ਉਹ ਕਹਿੰਦਾ ਜੀ ਇੱਥੇ ਕੁਝ ਨਹੀਂ ਹੋਣਾ, ਇਹ ਸਾਰੇ ਹੀ ਇਹੋ ਜਿਹੇ। ਤੇ ਜਦੋਂ ਇਹ ਹਾਲਾਤ ਹੋ ਜੇ ਤਾਂ ਇੱਕ ਚੰਗੀ ਗੱਲ ਨਹੀਂ ਤਾਂ ਅਨਾਰਕੀ ਫੈਲ ਜੂਗੀ। ਔਰ ਹੋ ਸਕਦਾ ਗਵਰਨਮੈਂਟ ਆ ਕਹਿਣਾ ਅਨਾਰਕੀ ਫੈਲ ਜੇ ਤਾਂ ਮੁੰਡਿਆਂ ਨੂੰ ਅੰਦਰ ਬੰਦ ਕਰਨਾ ਜਾਂ ਬਣਾਉਣਾ ਸੌਖਾ ਹੋ ਜਾਂਦਾ। ਪਰ ਜਿਹੜੀ ਇਹ ਇੱਕ ਸਟ੍ਰੀਮਲਾਈਨ ਮੂਵਮੈਂਟ ਹੁੰਦੀ ਹੈ, ਇਹਦੇ ਤੋਂ ਖਤਰਾ ਇਹਨਾਂ ਨੂੰ ਜ਼ਿਆਦਾ ਹੁੰਦਾ ਕਿਸੇ ਨਾ ਕਿਸੇ ਨੂੰ। ਔਰ ਇਹ ਇੱਕ ਡੈਮੋਕ੍ਰੈਟਿਕ ਵੇ ਨਾਲ ਜਿਹੜੀ ਮੂਵਮੈਂਟਾਂ ਬਿਲਡ ਹੋ ਰਹੀਆਂ ਨੇ ਪੰਜਾਬ ਦੀਆਂ, ਇਹੀ ਇੱਕ ਹੋਪ ਹੈ। ਹੋਰ ਕੋਈ ਮਤਲਬ ਉਮੀਦ ਦੀ ਕਰਨ ਨਹੀਂ ਅਜੇ ਫਿਲਹਾਲ ਦਿਖਾਈ ਜੀ। ਧੰਨਵਾਦ ਬਹੁਤ ਬਹੁਤ। ਇਹ ਬਿਲਕੁਲ ਇਸੇ ਨੋਟ ਤੇ ਕਿ ਜਿਹੜੀ ਲਾਮਬੰਦੀ ਹੈ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਵਿੱਚ, ਉਹੀ ਇੱਕ ਹੋਪ ਹੈਗੀ ਹੈ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਿਹੜਾ ਸਟਰਗਲ ਚੱਲ ਰਿਹਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਾਰੇ ਮਸਲੇ ਦੇ ਉੱਤੇ ਸਰਕਾਰ ਸੁਹਿਰਦ ਹੋਏਗੀ, ਅੰਜਾਮ ਤੱਕ ਪਹੁੰਚਾਏਗੀ ਜੋ ਨਸ਼ਾ ਤਸਕਰ ਨੇ, ਨਸ਼ੇ ਦੀ ਸਾਰੀ ਸਮੱਸਿਆ ਉਸ ਨੂੰ। ਤੇ ਇਸ ਦੇ ਨਾਲ ਹੀ ਜਿਹੜੀ ਪਾਰਟੀਸ਼ਨ ਦੇ ਹਵਾਲੇ ਦੇ ਨਾਲ ਜੋ ਕੇਂਦਰ ਸਰਕਾਰ ਦੇ ਵੱਲੋਂ ਪਾਰਟੀਸ਼ਨ ਹਾਰਰ ਡੇ ਜਿਹੜਾ ਹੈਗਾ ਮਨਾਇਆ ਜਾ ਰਿਹਾ, ਉਸ ਦੀ ਜਿਹੜੀ ਪਹੁੰਚ ਹੈ, ਉਹ ਪਹੁੰਚ ਵਾਕਈ ਉਸ ਸਿਆਸਤ ਨੂੰ ਨਲੀਫਾਈ ਕਰੇ ਜਿਹੜੀ ਸਿਆਸਤ ਕਰਕੇ ਪਾਰਟੀਸ਼ਨ ਹੋਈ, ਜਾਂ ਇਹ ਅਖੰਡ ਭਾਰਤ ਦੇ ਇੱਕ ਵੱਡੇ ਡਿਜ਼ਾਈਨ ਦਾ ਹਿੱਸਾ ਹੈਗਾ। ਇਹ ਸਾਰੇ ਮਸਲਿਆਂ ਦੇ ਦੇਖਦੇ ਹੋਏ ਹੀ ਇਹਦੇ ਬਾਰੇ ਕੋਈ ਨਿਰਣਾ ਲਿਆ ਜਾ ਸਕਦਾ।
ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਜਿਹੜਾ ਸਾਰਾ ਪੱਖ ਹੈ, ਜਿਹੜਾ ਪਾਰਟੀਸ਼ਨ ਰਿਮੈਂਬਰੈਂਸ ਦਾ ਮਨਾਇਆ ਜਾਂਦਾ, ਉਹਦੇ ਵਿੱਚ ਇਹੀ ਹੋਣਾ ਚਾਹੀਦਾ ਕਿ ਜੋ ਪਿਛਲੀਆਂ ਗਲਤੀਆਂ ਨੇ ਉਸ ਦੀ ਇੱਕ ਮੁਆਫੀ ਜਿਹੜੀ ਹੈ ਇੱਕ ਤਸਲੀਮ ਕੀਤਾ ਜਾਵੇ, ਜਿਵੇਂ ਹਮੀਰ ਸਿੰਘ ਉਹਨਾਂ ਨੇ ਕਿਹਾ। ਦੂਸਰਾ, ਪਾਰਲੀਮੈਂਟ ਜਿਹੜੀ ਹੈ ਉਹ ਪਾਰਲੀਮੈਂਟ ਇਹ ਗੱਲ ਕਵੇ ਕਿ ਬਹੁਤ ਸਾਰੀ ਜਿਹੜੀ ਲੀਡਰਸ਼ਿਪ ਦਾ ਸਵਾਲ ਸੀਗਾ, ਜਿਹੜੀ ਜਿੱਥੇ ਲੀਡਰਸ਼ਿਪ ਫੇਲ ਹੋਈ ਹੈ, ਉਸ ਦੇ ਉੱਤੇ ਮਤਲਬ ਕਿ ਉਹਨਾਂ ਦੀ ਮਾਫੀ ਹੋਵੇ ਜਾਂ ਇੱਕ ਅਹਿਸਾਸ ਕੀਤਾ ਜਾਵੇ। ਤਾਂ ਉਮੀਦ ਹੈ ਕਿ ਜੇ ਸਰਕਾਰ ਨੇ ਵਾਕਈ ਇਹ ਫੈਸਲਾ ਕੀਤਾ ਤਾਂ ਇਸ ਕਿਸਮ ਦੀ ਸੁਹਿਰਦ ਪਹੁੰਚ ਦੇ ਨਾਲ ਅੱਗੇ ਵਧੇਗੀ। ਧੰਨਵਾਦ।